ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਆਪ ਜੀ ਦੇ ਨਾਲ ਇੱਕ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੀ ਪੁਸਤਕ ਲੈ ਕੇ ਵਿਚਾਰ ਦੀ ਸਾਂਝ ਪਾਉਣਾ ਚਾਹੁੰਦਾ। ਉਹਨਾਂ ਨੇ ਆਪਣੇ 40 ਸਾਲ ਦੇ ਜੀਵਨ ਦੇ ਤਜਰਬਿਆਂ ਦੇ ਆਧਾਰ ਤੇ ਇੱਕ ਕਿਤਾਬ ਲਿਖ ਕੇ ਤੇ ਕੌਮ ਨੂੰ ਆਗਾਹ ਕੀਤਾ ਸੀ। ਉਸ ਦਾ ਹੈਡਿੰਗ ਹੈ ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਅਤੇ ਪ੍ਰਚਾਰਕ ਸ਼੍ਰੇਣੀ ਗਿਆਨੀ ਸੰਤ ਸਿੰਘ ਜੀ ਮਸਕੀਨ। ਜਨਵਰੀ 1999 ਦੇ ਵਿੱਚ ਪਹਿਲੀ ਵਾਰ ਇਹ ਪ੍ਰਕਾਸ਼ਿਤ ਹੋਈ, ਫਿਰ ਦੂਜੀ ਵਾਰ ਅਗਸਤ 1999 ਦੇ ਵਿੱਚ, ਫਿਰ ਤੀਜੀ ਵਾਰ ਸਤੰਬਰ 2000। ਮੇਰੇ ਕੋਲ ਸਤੰਬਰ 2000 ਦੀ ਇਹ ਬੁੱਕ ਹੈ। ਸੋ ਆਪਾਂ ਇਸ ਕਿਤਾਬ ਨੂੰ ਆਪਾਂ ਪੜ੍ਹਾਂਗੇ ਤੇ ਇਸ ਦੇ ਨਾਲ ਮੈਂ ਸਾਂਝ ਪਾਉਣਾ ਚਾਹੁੰਦਾ, ਵਿਚਾਰ ਕਰਨਾ ਚਾਹੁੰਦੇ ਹਾਂ ਕਿ ਇਹ ਪੁਸਤਕ ਦੇ ਵਿੱਚ 40 ਸਾਲ ਦੇ ਲੰਮੇ ਤਜਰਬਿਆਂ ਦੇ ਆਧਾਰ ਤੇ ਜੋ ਦੇਖਿਆ, ਸੁਣਿਆ, ਸਮਝਿਆ ਉਹ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੁਣਾਂ ਨੇ, ਔਰ ਉਹਦੇ ਸੰਬੰਧ ਵਿੱਚ ਆਪਾਂ ਜਾਣਦੇ ਹਾਂ। ਉਹਨਾਂ ਨੇ ਇਸ ਪੁਸਤਕ ਦੇ ਸਭ ਤੋਂ ਪਹਿਲਾਂ ਗੁਰੂ ਘਰ ਦੀ ਸੇਵਾ ਵਿੱਚ ਕਾਬਲ ਦੀ ਸੰਗਤ ਦਾ ਸਹਿਯੋਗ, ਇਹ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੋਰਾਂ ਨੇ ਇਸ ਕਿਤਾਬ ਦੇ ਤਤਕਰੇ ਤੋਂ ਪਹਿਲਾਂ ਲਿਖਿਆ। ਅਫਗਾਨਿਸਤਾਨ ਦੀ ਧਰਤੀ ਸਦੀਆਂ ਤੋਂ ਰਾਜਨੀਤਿਕ ਕ੍ਰਾਂਤੀ ਦੀ ਲਪੇਟ ਵਿੱਚ ਰਹੀ ਹੈ। ਅਫਗਾਨਿਸਤਾਨ ਵੱਖ-ਵੱਖ ਧਾਰਮਿਕ ਕ੍ਰਾਂਤੀਆਂ ਵੀ ਵੇਖ ਚੁੱਕਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਜੋ ਗੁਰਮਤਿ ਪ੍ਰਚਾਰ ਦਾ ਸੂਰਜ ਉਦੇ ਹੋਇਆ ਸੀ, ਉਸ ਦੇ ਪ੍ਰਕਾਸ਼ ਨਾਲ ਅਫਗਾਨਿਸਤਾਨ ਦੀ ਧਰਤੀ ਵਿੱਚ ਗੁਰਸਿੱਖੀ ਦਾ ਜੋ ਰੂਪ ਚਮਕਿਆ ਸੀ, ਇਸ ਰੂਪ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਕਾਬਲ ਦੀ ਸੰਗਤ ਨੇ ਭਰਪੂਰ ਯਤਨ ਕੀਤਾ ਹੈ। ਇਸੇ ਦਾ ਸਦਕਾ ਅਫਗਾਨਿਸਤਾਨ ਵਿੱਚ ਅੰਮ੍ਰਿਤ ਵੇਲੇ ਦਾ ਸਤਸੰਗ ਠਾਠਾਂ ਮਾਰਦਾ ਹੈ, ਜਿਸ ਵਿੱਚ ਅੰਮ੍ਰਿਤ ਰਸ ਨਾਲ ਸੰਗਤਾਂ ਸਰਸ਼ਾਰ ਹੁੰਦੀਆਂ ਰਹੀਆਂ ਹਨ। ਕਾਬਲ ਦੀ ਸੰਗਤ ਨੇ ਰਹਿਤ ਬਹਿਤ ਪੂਰਨ ਸਿੱਖੀ ਸਰੂਪ ਨੂੰ ਬਰਕਰਾਰ ਰੱਖਿਆ ਹੈ। ਅੰਮ੍ਰਿਤ ਵੇਲਾ ਸ਼ਰਧਾ ਭਾਵਨਾ ਸਿੱਖੀ ਸਰੂਪ ਅਫਗਾਨਿਸਤਾਨ ਦੀ ਸੰਗਤਾਂ ਨਾਲ ਜਾਣਿਆ ਜਾਂਦਾ ਹੈ, ਕਿਉਂਕਿ ਇਸ ਸਰੂਪ ਨੂੰ ਰੱਖਣ ਵਿੱਚ ਅਫਗਾਨੀ ਸਿੱਖ ਯਤਨਸ਼ੀਲ ਰਹੇ ਹਨ। ਭਾਵੇਂ ਅੱਜ ਦੀ ਰਾਜਨੀਤਿਕ ਕ੍ਰਾਂਤੀ ਨੇ ਇਹਨਾਂ ਨੂੰ ਅਫਗਾਨਿਸਤਾਨ ਤੋਂ ਨਿਕਲਣ ਤੇ ਮਜਬੂਰ ਕਰ ਦਿੱਤਾ ਹੈ, ਹੁਣ ਟਾਵਾਂ-ਟਾਵਾਂ ਸਿੱਖ ਪਰਿਵਾਰ ਅਫਗਾਨਿਸਤਾਨ ਵਿੱਚ ਕਾਬਲ, ਗਜ਼ਨੀ, ਜਲਾਲਾਬਾਦ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿ ਰਹੇ ਹਨ। ਫਿਰ ਵੀ ਜਿਸ ਦੇਸ਼ ਵਿੱਚ ਇਹ ਜਾ ਵਸੇ ਹਨ, ਉੱਥੇ ਸਿੱਖੀ ਦੀ ਪੁਰਾਤਨ ਸੁਗਾਤ ਆਪਣੇ ਨਾਲ ਸੰਭਾਲ ਰੱਖੀ ਹੈ। ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਅਤੇ ਪ੍ਰਚਾਰਕ ਸ਼੍ਰੇਣੀ ਤੇ ਦਾਸ ਦੀ ਲਿਖੀ ਕਿਤਾਬ ਨੂੰ ਭਾਰੀ ਗਿਣਤੀ ਵਿੱਚ ਛਪਵਾ ਕੇ ਵੰਡਣ ਵਿੱਚ ਇਹਨਾਂ ਦੀ ਸੰਸਥਾ ਇੰਟਰਨੈਸ਼ਨਲ ਸਿੱਖ ਬ੍ਰਦਰਹੁੱਡ ਅਗਰਸਰ ਹੈ। ਸਤਿਗੁਰੂ ਕਿਰਪਾ ਕਰਨ ਸਿੱਖੀ ਦੀ ਇਹ ਦਾਤ ਸੇਵਾ ਭਾਵ ਇਹਨਾਂ ਦੀ ਝੋਲੀ ਵਿੱਚ ਭਰਪੂਰ ਰਹੇ ਤੇ ਆਪ ਜਪੋ ਅਵਰਾ ਨਾਮ ਜਪਾਓ ਦੀ ਰਹੁ ਰੀਤੀ ਨੂੰ ਚਲਾਉਂਦੇ ਰਹਿਣ। ਦਾਸ ਗਿਆਨੀ ਸੰਤ ਸਿੰਘ ਮਸਕੀਨ। ਇਸ ਤੋਂ ਅੱਗੇ ਤਤਕਰਾ ਹੈ। ਤਤਕਰੇ ਦੇ ਵਿੱਚ ਮੁੱਖਬੰਦ, ਭੂਮਿਕਾ ਤੇ ਪਹਿਲਾ ਚੈਪਟਰ ਹੈ ਗੁਰਦੁਆਰੇ ਅਤੇ ਪ੍ਰਚਾਰਕ ਸ਼੍ਰੇਣੀ। ਦੂਜਾ ਹੈ ਦੇਸ਼ ਦੇ ਗੁਰਦੁਆਰੇ ਤੇ ਉਹਨਾਂ ਦਾ ਪ੍ਰਬੰਧਕੀ ਢਾਂਚਾ। ਤੀਜਾ ਹੈ ਵਿਦੇਸ਼ਾਂ ਦੇ ਗੁਰਦੁਆਰੇ ਅਤੇ ਪ੍ਰਬੰਧਕੀ ਨਿਜ਼ਾਮ। ਚੌਥਾ ਗੁਰਦੁਆਰਾ ਪ੍ਰਬੰਧ ਅਤੇ ਪ੍ਰਚਾਰਕ ਸ਼੍ਰੇਣੀ ਲਈ ਦਿਸ਼ਾ ਸੇਧ। ਮੁੱਖਬੰਦ ਆਪਾਂ ਆਰੰਭ ਕਰਦੇ ਹਾਂ ਮੁੱਖਬੰਦ ਤੋਂ। 40 ਸਾਲ ਦੇ ਪ੍ਰਚਾਰਕ ਜੀਵਨ ਵਿੱਚ ਮੈਂ ਪ੍ਰਚਾਰ ਦੇ ਪ੍ਰਬੰਧ ਦੇ ਸੰਬੰਧ ਵਿੱਚ ਜੋ ਦੇਖਿਆ ਹੈ, ਸਮਝਿਆ ਹੈ, ਉਸ ਨੂੰ ਇਸ ਪੁਸਤਕ ਵਿੱਚ ਕਲਮਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਾਜਨੀਤੀ ਤੇ ਸਵਾਰਥ ਸਿੱਧੀ ਦੇ ਆਧਾਰ ਤੇ ਖੜਾ ਇਹ ਪ੍ਰਬੰਧਕੀ ਢਾਂਚਾ, ਰਾਜਨੀਤੀ ਤੇ ਸਵਾਰਥ ਸਿੱਧੀ ਦੇ ਆਧਾਰ ਤੇ ਖੜਾ ਇਹ ਪ੍ਰਬੰਧਕੀ ਢਾਂਚਾ ਗੁਰਮਤਿ ਪ੍ਰਚਾਰ ਦੇ ਬਿਲਕੁਲ
ਅਨੁਕੂਲ ਨਹੀਂ ਹੈ। ਦਿਸ਼ਾਹੀਨ ਤੇ ਸਿਰਫ ਉਪਜੀਵਕਾ ਨੂੰ ਮੁੱਖ ਰੱਖ ਕੇ ਚੱਲ ਰਿਹਾ ਪ੍ਰਚਾਰਕ ਢਾਂਚਾ ਪ੍ਰਚਾਰ ਦੇ ਸੰਬੰਧ ਵਿੱਚ ਅਸਫਲ ਹੈ। ਸੰਗਤ ਦੀ ਬਹੁਗਿਣਤੀ ਛੋਟੇ-ਛੋਟੇ ਧਾਰਮਿਕ ਧੜਿਆਂ ਵਿੱਚ ਵੰਡੀ ਪਈ ਹੈ ਅਤੇ ਕੁਝ ਵਿਅਕਤੀਗਤ ਗੁਰੂਆਂ ਦੇ ਚੱਕਰ ਵਿੱਚ ਫਸੀ ਹੋਈ ਹੈ। ਕੁਝ ਗੁਰਮਤਿ ਹਿਤੈਸ਼ੀ ਸੂਝ-ਬੂਝ ਰੱਖਣ ਵਾਲੇ ਇਸ ਬਿਮਾਰ ਢਾਂਚੇ ਨੂੰ ਮਹਿਸੂਸ ਤਾਂ ਕਰਦੇ ਹਨ, ਪਰ ਸਹੀ ਇਲਾਜ ਕੀ ਹੈ ਇਹ ਸਮਝਣ ਤੋਂ ਸਮਰੱਥ ਹਨ ਅਤੇ ਇਲਾਜ ਲੱਭਣ ਲਈ ਉਤਸ਼ਾਹਤ ਨਹੀਂ ਹਨ। ਮੈਂ ਪਹਿਲੀ ਦਫਾ ਕਲਮ ਰਾਹੀਂ ਸਾਰੇ ਹਾਲਾਤ ਸੰਗਤਾਂ ਦੇ ਸਾਹਮਣੇ ਰੱਖਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਕਿ ਲਿਖੇ ਹੋਏ ਸਮਾਧਾਨ ਨੂੰ ਅਪਣਾ ਕੇ ਕੋਈ ਉਤਸ਼ਾਹਜਨਕ ਢਾਂਚਾ ਤਿਆਰ ਹੋਵੇ ਜੋ ਇਸ ਬਿਮਾਰ ਢਾਂਚੇ ਨੂੰ ਤੰਦਰੁਸਤ ਕਰ ਸਕੇ। ਮੇਰੀ ਕਿਸੇ ਨਾਲ ਇਸ ਸੰਬੰਧ ਵਿੱਚ ਜਾਤੀ ਰੰਜਿਸ਼ ਨਹੀਂ, ਸਿਰਫ ਕੌਮੀ ਤੇ ਧਾਰਮਿਕ ਦਰਦ ਨੂੰ ਮੁੱਖ ਰੱਖ ਕੇ ਇਹ ਪੁਸਤਕ ਲਿਖੀ ਹੈ। ਪਾਠਕ ਜਨ ਉਤਸ਼ਾਹੀ ਸੁਧਾਰਕ ਤੇ ਪ੍ਰਚਾਰਕ ਪੈਦਾ ਕਰ ਸਕਣ, ਕੇਵਲ ਇੱਕ ਹੀ ਮਨੋਰਥ ਹੈ। ਸਤਿਗੁਰੂ ਜੀ ਆਪਣੀ ਅਗੰਮੀ ਤੇ ਗੈਬੀ ਸ਼ਕਤੀ ਸੁਧਾਰਕ ਲਹਿਰ ਨੂੰ ਪ੍ਰਦਾਨ ਕਰਨ, ਇਹ ਅਰਦਾਸ ਹੈ। ਲਿਖਤ ਨੂੰ ਸਹੀ ਢੰਗ ਨਾਲ ਸੁਧਾਰ ਕੇ ਸਾਰੀ ਕਿਤਾਬ ਦੁਆਰਾ ਲਿਖਣ ਵਿੱਚ ਗਿਆਨੀ ਬਲਵਿੰਦਰ ਸਿੰਘ ਵੈਨਕੂਰ ਨੇ ਅਥਾਹ ਮਿਹਨਤ ਕੀਤੀ ਹੈ ਜੋ ਅਤਿਅੰਤ ਸ਼ਲਾਘਾਯੋਗ ਹੈ। ਸਿਆਣੇ ਕਹਿੰਦੇ ਹਨ ਕਿ ਬਿਮਾਰੀ ਤੇ ਦੁਸ਼ਮਣ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਦੇਰੀ ਤੇ ਲਾਪਰਵਾਹੀ ਦੁਸ਼ਮਣ ਨੂੰ ਬਲਵਾਨ ਬਣਾ ਸਕਦੀ ਹੈ ਤੇ ਬਿਮਾਰੀ ਨੂੰ ਲਾ ਇਲਾਜ ਕਰ ਸਕਦੀ ਹੈ। ਵੈਸੇ ਵੀ ਕਾਫੀ ਦੇਰ ਹੋ ਚੁੱਕੀ ਹੈ, ਪਰ ਮੈਂ ਮਹਿਸੂਸ ਕਰਦਾ ਹਾਂ ਕਿ ਲਾ ਇਲਾਜ ਨਹੀਂ ਹੈ। ਇਸ ਵਾਸਤੇ ਉਤਸ਼ਾਹੀ, ਸਿਆਣੇ, ਦੂਰਦ੍ਰਿਸ਼ਟ, ਗੁਰਮਤ ਹਿਤੈਸ਼ੀ ਤੇ ਨਾਮ ਰਸੀਆਂ ਦੇ ਮਨ ਵਿੱਚ ਸੁਧਾਰਕ ਲਹਿਰ ਪੈਦਾ ਹੋਵੇ, ਇਹ ਕਿਤਾਬੀ ਰੂਪ ਵਿੱਚ ਨਿਮਾਣਾ ਜਿਹਾ ਯਤਨ ਕੀਤਾ ਹੈ। ਸੁਧਾਰਕ ਬਿਰਤੀ ਰੱਖਣ ਵਾਲੇ ਅਗਰ ਇਸ ਲੇਖਣੀ ਤੋਂ ਹੁਲਾਰਾ ਲੈ ਸੰਗਠਿਤ ਹੋ ਸੁਧਾਰ ਵਿੱਚ ਜੁਟ ਗਏ ਤਾਂ ਇਹ ਪ੍ਰਬੰਧਕੀ ਢਾਂਚੇ ਦੀ ਰਾਜਨੀਤਿਕ ਖਿਜ਼ਾਂ ਬਹਾਰੇ ਚਮਨ ਸਥਾਨ ਵਿੱਚ ਬਦਲ ਸਕਦੀ ਹੈ। ਗੁਰੂ ਸਹਾਈ ਹੋਣ, ਮਦਦਗਾਰ ਹੋਣ। ਗਿਆਨੀ ਸੰਤ ਸਿੰਘ ਜੀ ਮਸਕੀਨ, ਸੀਸਗਰਾਂ, ਅਲਵਰ, ਰਾਜਸਥਾਨ। ਮੁਖਬੰਦ ਤੋਂ ਬਾਅਦ ਫਿਰ ਭੂਮਿਕਾ ਹੈ। ਇੱਕ ਓਂਕਾਰ। ਵਾਹਿਗੁਰੂ ਜੀ ਕੀ ਫਤਿਹ। ਇਹ ਭੂਮਿਕਾ ਲਿਖੀ ਹੈ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ, ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ। ਗਿਆਨੀ ਸੰਤ ਸਿੰਘ ਜੀ ਮਸਕੀਨ ਪੰਥ ਦੇ ਸਿਰਮੌਰ ਵਿਦਵਾਨ ਹਨ। ਆਪ ਨੇ ਦੇਸ਼ ਵਿਦੇਸ਼ਾਂ ਵਿੱਚ ਕਥਾ ਲੈਕਚਰਾਂ ਰਾਹੀਂ ਗੁਰਸ਼ਬਦ ਦੀ ਐਸੀ ਗੂੰਜ ਪੈਦਾ ਕੀਤੀ ਕਿ ਅਨੇਕਾਂ ਭੁੱਲੜਾਂ ਨੂੰ ਮਾਰਗ ਦੀ ਸੋਝੀ ਪਈ ਹੈ ਤੇ ਉਹ ਗੁਰੂ ਦੇ ਲੜ ਲੱਗੇ ਹਨ। ਆਪ ਦੀ ਰਸਨਾ ਤੇ ਹਿਰਦੇ ਵਿੱਚ ਬਾਣੀ ਦਾ ਵਾਸਾ ਹੈ। ਗੁਰਸੰਗਤ ਵਿੱਚ ਜਦੋਂ ਆਪ ਗੁਰਸ਼ਬਦ ਦੀ ਰਸ ਭਰਪੂਰ ਵਿਚਾਰ ਕਰਦੇ ਹਨ ਤਾਂ ਸੰਗਤ ਮੰਤਰ ਮੁਗਧ ਹੋ ਜਾਂਦੀ ਹੈ। ਘੜੀਆਂ ਰੁਕ ਜਾਂਦੀਆਂ ਹਨ ਤੇ ਰਾਹੀਆਂ ਦੇ ਪੈਰ ਰੁਕ ਜਾਂਦੇ ਹਨ। ਮਸਕੀਨ ਜੀ ਨੇ ਸੰਗਤ ਸਨਮੁਖ ਕਥਾ ਲੈਕਚਰਾਂ ਦੀ ਸ਼ਹਿਬਰ ਤਾਂ ਲਾਈ ਹੀ ਹੈ, ਪਰ ਉਹ ਗੁਰਮਤਿ ਲਿਖਤ ਰਾਹੀਂ ਵੀ ਗੁਰਬਾਣੀ ਦੇ ਪ੍ਰਚਾਰ ਦਾ ਅਨੂਠਾ ਕਾਰਜ ਕਰ ਰਹੇ ਹਨ। ਪਹਿਲਾਂ ਵੀ ਉਹਨਾਂ ਦੀਆਂ ਕਾਫੀ ਪੁਸਤਕਾਂ ਛਪ ਚੁੱਕੀਆਂ ਹਨ। ਹਥਲੀ ਪੁਸਤਕ ਗੁਰਮਤਿ ਪ੍ਰਚਾਰ ਸੰਬੰਧੀ ਉਹਨਾਂ ਦੇ ਤਜਰਬਿਆਂ ਦਾ ਨਿਚੋੜ ਹੈ। ਹਕੀਕਤ ਇਹੀ ਹੈ ਕਿ ਗੁਰਦੁਆਰਿਆਂ ਵਿੱਚ ਗੁਰਮਤਿ ਦੀ ਗੱਲ ਨਹੀਂ ਹੋ ਰਹੀ, ਰਾਜਨੀਤੀ ਚੱਲ ਰਹੀ ਹੈ। ਪ੍ਰਚਾਰਕ ਤੇ ਰਾਗੀ ਸ਼੍ਰੇਣੀ ਵੀ ਮਾਇਆ ਦੇ ਚੱਕਰ ਵਿੱਚ ਫਸੀ ਪਈ ਹੈ। ਹਰ ਪਾਸੇ ਨਿਗਾਰ ਦੀ ਦਸ਼ਾ ਵੇਖ ਕੇ ਮਸਕੀਨ ਜੀ ਵਰਗੇ ਪੰਥ ਦਰਦੀ ਦਾ ਚਿੰਤਤ ਹੋਣਾ ਲਾਜ਼ਮੀ ਹੀ ਹੈ। ਉਹਨਾਂ ਨੇ ਆਪਣੇ ਨਿੱਜੀ ਤਜਰਬਿਆਂ ਦੇ ਆਧਾਰ ਤੇ ਇਸ ਨਿਗਰ ਦੀ ਦਸ਼ਾ ਦਾ ਬਿਉਰਾ ਦਿੱਤਾ ਹੈ ਤੇ ਆਪਣੇ ਵੱਲੋਂ ਆਤਮ ਰਸੀ ਤੇ ਨਾਮ ਅਭਿਆਸੀ ਜਿਉੜਿਆਂ ਨੂੰ ਗੁਰਦੁਆਰਾ ਪ੍ਰਬੰਧ ਵਿੱਚ ਸ਼ਾਮਲ ਹੋਣ ਦਾ ਨਿਯੋਤਾ ਦਿੱਤਾ ਹੈ। ਸਤਿਗੁਰੂ ਕਿਰਪਾ ਕਰਨ, ਮਸਕੀਨ ਜੀ ਦੀ ਭਾਵਨਾ ਅਨੁਸਾਰ ਗੁਰਮਤਿ ਪ੍ਰਚਾਰ ਦਾ ਅਮਲੀ ਕੰਮ ਸ਼ੁਰੂ ਹੋ ਸਕੇ। ਮੇਰੀ ਤਾਂ ਇਹੀ ਅਰਦਾਸ ਹੈ। ਗੁਰੂ ਪੰਥ ਦਾ ਦਾਸ ਗਿਆਨੀ ਚੇਤ ਸਿੰਘ, ਸਾਬਕਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ। ਇਸ ਤੋਂ ਅੱਗੇ ਪਹਿਲਾ ਚੈਪਟਰ ਸ਼ੁਰੂ ਹੁੰਦਾ ਹੈ। ਆਪਾਂ ਆਪਣੀ ਕੋਈ ਵਿਚਾਰ ਨਹੀਂ ਸਾਂਝੀ ਕਰਨੀ, ਸਿਰਫ ਇਸ ਕਿਤਾਬ ਨੂੰ ਆਪਾਂ ਪੜ੍ਹਨਾ ਹੈ, ਸਮਝਣਾ ਹੈ ਤੇ ਅੱਗੇ ਹੋਰ ਕਿਤਾਬਾਂ ਪੜ੍ਹਨ ਦੇ ਮਨ ਦੇ ਵਿੱਚ ਰੁਚੀ ਪੈਦਾ ਹੋਏ ਤੇ ਇਸ ਕਿਤਾਬ ਦੇ ਵਿੱਚ ਜਿਹੜੇ ਨੁਕਤੇ ਉਠਾਏ ਨੇ
ਉਹਨਾਂ ਨੂੰ ਸਮਝਣ ਦਾ ਯਤਨ ਕਰਨਾ ਹੈ। ਪਹਿਲਾ ਚੈਪਟਰ ਜਿਹੜਾ ਸ਼ੁਰੂ ਹੁੰਦਾ ਹੈ ਉਹਦਾ ਹੈਡਿੰਗ ਹੈ ਗੁਰਦੁਆਰੇ ਅਤੇ ਪ੍ਰਚਾਰਕ ਸ਼੍ਰੇਣੀ। ਗੁਰਦੁਆਰੇ ਅਤੇ ਪ੍ਰਚਾਰਕ ਸ਼੍ਰੇਣੀ। ਪ੍ਰਚਾਰ ਪਹਿਲਾ ਹੈਡਿੰਗ। ਕਿਸੇ ਵਸਤੂ ਜਾਂ ਹਸਤੀ ਦੀਆਂ ਸੁੰਦਰ ਸੁੰਦਰ ਖੂਬੀਆਂ ਗੁਣਾਂ ਨੂੰ ਦੂਸਰਿਆਂ ਦੇ ਪ੍ਰਤੀ ਪ੍ਰਗਟ ਕਰਨਾ, ਇਸ ਨੂੰ ਪ੍ਰਚਾਰ ਕਹਿੰਦੇ ਹਨ। ਚਾਰ ਦਾ ਅਰਥ ਹੈ ਸੁੰਦਰ, ਪਰ ਦੂਸਰੇ ਦੇ ਪ੍ਰਤੀ। ਮਨੁੱਖੀ ਮਨ ਇੱਕ ਐਸਾ ਆਲਾ ਹੈ, ਇਹ ਆਪਣੇ ਤੋਂ ਪ੍ਰਬਲ ਦਾ ਪ੍ਰਭਾਵ ਕਬੂਲ ਕਰਦਾ ਹੈ ਤੇ ਕਮਜ਼ੋਰ ਨੂੰ ਪ੍ਰਭਾਵਿਤ ਕਰਦਾ ਹੈ। ਜੀਵਨ ਭਰ ਮਨ ਪ੍ਰਭਾਵ ਦਿੰਦਾ ਰਹਿੰਦਾ ਹੈ ਅਤੇ ਲੈਂਦਾ ਰਹਿੰਦਾ ਹੈ। ਮਨ ਸਿਰਫ ਇਤਨਾ ਹੀ ਮੰਨ ਲਵੇ ਕਿ ਇਹ ਵਸਤੂ, ਇਹ ਹਸਤੀ ਮਹਾਨ ਹੈ, ਪ੍ਰਭਾਵਿਤ ਹੋ ਜਾਂਦਾ ਹੈ। ਚਾਹੇ ਉਹ ਵਸਤੂ ਤੁੱਛ ਹੋਵੇ, ਭਾਵੇਂ ਹਸਤੀ ਮਾਮੂਲੀ ਹੋਵੇ। ਮਹਾਨ ਤੋਂ ਮਹਾਨ ਵਸਤੂ ਤੋਂ ਵੀ ਮਨ ਪ੍ਰਭਾਵਿਤ ਨਹੀਂ ਹੁੰਦਾ ਜੇਕਰ ਮਨ ਮੰਨ ਲਵੇ ਕਿ ਇਹ ਵਸਤੂ, ਇਹ ਹਸਤੀ ਤੁੱਛ ਹੈ। ਮਨੁੱਖੀ ਮਨ ਸਹੀ ਫੈਸਲਾ ਕਰਨ ਦੇ ਵਿੱਚ ਅਕਸਰ ਅਸਮਰੱਥ ਰਹਿੰਦਾ ਹੈ। ਇਸ ਵਾਸਤੇ ਤੁੱਛ ਨੂੰ ਮਹਾਨ ਤੇ ਮਹਾਨ ਨੂੰ ਤੁੱਛ ਸਮਝ ਲੈਂਦਾ ਹੈ। ਗੁਰਬਾਣੀ ਦਾ ਫਰਮਾਨ ਹੈ, ਅੰਮ੍ਰਿਤ ਕੌੜਾ ਵਿਖਿਆ ਮੀਠੀ, ਸਾਕਤ ਕੀ ਵਿਦ ਨੈਣੋ ਹੰਡੀਠੀ। ਕੌਡੀ ਬਦਲੇ ਤਿਆਗੈ ਰਤਨ। ਮਨੁੱਖ ਸਹੀ ਫੈਸਲਾ ਕਰ ਸਕੇ, ਆਦਿ ਕਾਲ ਤੋਂ ਪਰਉਪਕਾਰੀ ਤੇ ਅਵਤਾਰੀ ਪੁਰਖ ਯਤਨਸ਼ੀਲ ਰਹੇ ਹਨ। ਵਪਾਰੀ ਤੇ ਰਾਜਨੀਤਿਕ ਲੋਕਾਂ ਨੂੰ ਵੀ ਇਹ ਬੋਧ ਹੈ। ਇਸ ਵਾਸਤੇ ਵਸਤੂ ਦੇ ਆਪਣੀ ਹਸਤੀ ਦਾ ਪ੍ਰਚਾਰ ਕਰਨ ਵਿੱਚ ਵਪਾਰੀ ਤੇ ਰਾਜਨੀਤਿਕ ਅਕਸਰ ਯਤਨਸ਼ੀਲ ਰਹਿੰਦੇ ਹਨ। ਵਪਾਰੀ ਤੇ ਵੱਡੇ ਵੱਡੇ ਕਾਰਖਾਨਿਆਂ ਦੇ ਮਾਲਕ ਕਰੋੜਾਂ ਰੁਪਏ ਆਪਣੀ ਬਣਾਈ ਹੋਈ ਵਸਤੂ ਦੇ ਪ੍ਰਚਾਰ ਤੇ ਖਰਚ ਕਰਦੇ ਹਨ। ਟੀਵੀ, ਰੇਡੀਓ, ਸਾਰਾ ਇਲੈਕਟ੍ਰੋਨਿਕ ਮੀਡੀਆ ਅਤੇ ਅਖਬਾਰ, ਮੈਗਜ਼ੀਨ, ਇਸ਼ਤਿਹਾਰ ਤੇ ਪੋਸਟਰਾਂ ਰਾਹੀਂ ਵਸਤੂਆਂ ਦੇ ਪ੍ਰਚਾਰ ਕੀਤੇ ਜਾਂਦੇ ਹਨ ਤਾਂ ਇਹਨਾਂ ਵਸਤੂਆਂ ਤੋਂ ਲੋਕੀ ਪ੍ਰਭਾਵਿਤ ਹੋ ਖੁੱਲ੍ਹਾ ਧਨ ਖਰਚ ਕਰਕੇ ਘਰ ਦੀ ਜ਼ੀਨਤ ਬਣਾਉਂਦੇ ਹਨ। ਰਾਜਨੀਤਿਕ ਵੀ ਖੁੱਲ੍ਹਾ ਧਨ ਖਰਚ ਕਰਕੇ ਆਪਣਾ ਦ੍ਰਿਸ਼ਟੀਕੋਣ ਲੋਕਾਂ ਦੇ ਸਾਹਮਣੇ ਰੱਖਦੇ ਹਨ। ਲੋਕਤੰਤਰ ਨਿਜ਼ਾਮ ਵਿੱਚ ਜੋ ਰਾਜਨੀਤਿਕ ਆਪਣੇ ਪ੍ਰਚਾਰ ਵੱਲੋਂ ਅਵੇਸਲਾ ਜਿਹਾ ਰਿਹਾ, ਉਹ ਜਨਤਾ ਦਾ ਸਮਰਥਨ ਖੋ ਬੈਠਦਾ ਹੈ ਕਿ ਉਸ ਨੂੰ ਹਾਰਦਾ ਮੂੰਹ ਦੇਖਣਾ ਪੈਂਦਾ। ਪਰ ਮਨੁੱਖ ਸਭਿਅਤਾ ਦੇ ਵਿਕਾਸ ਤੋਂ ਹੁਣ ਤੱਕ ਪ੍ਰਚਾਰ ਸਿਰਫ ਪਦਾਰਥ ਤੇ ਰਾਜਨੀਤੀ ਦਾ ਹੀ ਹੋਇਆ ਹੈ ਅਤੇ ਇਸ ਦੇ ਅਪਾਰ ਧਨ ਖਰਚ ਕੀਤਾ ਜਾ ਰਿਹਾ ਹੈ। ਲੇਕਿਨ ਧਰਮ ਦਾ ਇਸੇ ਹੀ ਢੰਗ ਨਾਲ ਪ੍ਰਚਾਰ ਕਰਨ ਦੀਆਂ ਰੁਚੀਆਂ ਨਿਰਧਾਰਤ ਹਨ ਜਾਂ ਬਿਲਕੁਲ ਹੀ ਨਹੀਂ ਹਨ। ਇਸ ਵਾਸਤੇ ਧਰਮ ਮਨੁੱਖੀ ਹਿਰਦਿਆਂ ਨੂੰ ਛੂਹ ਨਹੀਂ ਰਿਹਾ। ਸ਼ਾਇਦ ਧਾਰਮਿਕ ਲੋਕ ਟਾਵੇਂ ਹੀ ਰਹਿ ਗਏ ਹਨ ਤੇ ਧਰਮ ਪ੍ਰਚਾਰ ਜ਼ੀਰੋ ਹੈ। ਇਸ ਵਾਸਤੇ ਆਮ ਲੋਕਾਂ ਦੇ ਹਿਰਦਿਆਂ ਵਿੱਚ ਧਰਮ ਦੀ ਤੜਪ ਨਹੀਂ ਹੈ। ਅਰਥ ਸ਼ਾਸਤਰ ਦਾ ਇਹ ਨਿਯਮ ਹੈ ਕਿ ਜਿਸ ਵਸਤੂ ਦੀ ਲੋੜ ਨਾ ਹੋਵੇ ਉਹ ਬਾਜ਼ਾਰ ਤੋਂ ਬਾਹਰ ਹੋ ਜਾਂਦੀ ਹੈ। ਅੱਜ ਯੂਰਪ ਦੇ ਚਰਚ ਸੁੰਨੇ ਹੋ ਗਏ ਹਨ, ਮਸਜਿਦਾਂ ਦੇ ਬੂਹੇ ਬੰਦ ਹਨ ਤੇ ਮੰਦਰਾਂ ਵਿੱਚ ਕਿਧਰੇ ਇੱਕਾ ਦੁੱਕਾ ਪੁਜਾਰੀ ਘੜਿਆਲ ਖੜਕਾ ਰਿਹਾ ਹੈ ਜਾਂ ਕਬੂਤਰਾਂ ਨੇ ਆਪਣਾ ਸੰਗੀਤ ਛੇੜਿਆ ਹੋਇਆ। ਫਲਕ-ਬੋਸ ਗੁਰਦੁਆਰਿਆਂ ਦੀਆਂ ਇਮਾਰਤਾਂ ਵਿੱਚ ਸਤਸੰਗੀ ਨਾਮ ਮਾਤਰ ਹਨ। ਇਹ ਪ੍ਰਚਾਰ ਦੇ ਨਾ ਹੋਣ ਕਰਕੇ ਹੀ ਹੈ। ਇਸ ਸਦੀ ਵਿੱਚ ਸਿੱਖਾਂ ਨੇ ਗੁਰਦੁਆਰਿਆਂ ਦੀਆਂ ਬਹੁਤ ਸੁੰਦਰ ਇਮਾਰਤਾਂ ਬਣਾਈਆਂ ਹਨ, ਲੇਕਿਨ ਇਹਨਾਂ ਵਿੱਚ ਸਤਸੰਗ ਦੀ ਸ਼ੈਬਰ ਲੱਗੇ, ਇਹ ਸਭ ਸੁਪਨਾ ਹੀ ਹੋ ਗਈਆਂ ਹਨ। ਪ੍ਰਚਾਰ ਇੱਕ ਕਲਾ ਹੈ ਅਤੇ ਇਸ ਕਲਾ ਨੂੰ ਬਾਕਾਇਦਾ ਸਿੱਖਣਾ ਪੈਂਦਾ। ਬਾਹਰ ਰੱਖ ਕੇ ਪ੍ਰਚਾਰ ਨਹੀਂ ਕਰ ਸਕੀਦਾ। ਧਰਮ ਦਾ ਪ੍ਰਚਾਰ ਤਾਂ ਧਾਰਮਿਕ ਮਨੁੱਖ ਹੀ ਕਰ ਸਕਦਾ ਹੈ, ਜਦ ਕਿ ਵਸਤੂ ਦਾ ਪ੍ਰਚਾਰ ਤਾਂ ਉਹ ਮਨੁੱਖ ਵੀ ਕਰ ਸਕਦਾ ਹੈ ਜਿਸ ਕੋਲ ਉਹ ਵਸਤੂ ਨਾ ਹੋਵੇ, ਪਰ ਧਰਮਹੀਣ ਪ੍ਰਚਾਰਕ ਧਰਮ ਦਾ ਪ੍ਰਚਾਰ ਨਹੀਂ ਕਰ ਸਕਦਾ। ਇਸ ਵਾਸਤੇ ਵਸਤੂਆਂ ਦਾ ਪ੍ਰਚਾਰ ਬਹੁਤਾਤ ਵਿੱਚ ਹੈ ਅਤੇ ਮਨੁੱਖਤਾ ਪ੍ਰਭਾਵਿਤ ਹੈ ਤੇ ਮਾਦਾ ਪ੍ਰਸਤ ਹੋ ਚੁੱਕੀ ਹੈ, ਜਦ ਕਿ ਧਰਮ ਦਾ ਪ੍ਰਚਾਰ ਨਾ ਹੋਣ ਕਰਕੇ ਮਨੁੱਖਤਾ ਅਧਾਰਮਿਕ ਹੁੰਦੀ ਜਾ ਰਹੀ ਹੈ। ਇਸ ਦੁਰਾਚਾਰੀ ਸਦਾਚਾਰ ਦਾ ਪ੍ਰਚਾਰ ਨਹੀਂ ਕਰ ਸਕਦਾ। ਇੱਕ ਦੁਰਾਚਾਰੀ ਸਦਾਚਾਰ ਦਾ ਪ੍ਰਚਾਰ ਨਹੀਂ ਕਰ ਸਕਦਾ। ਚੋਰ ਤੇ ਬੇਈਮਾਨ ਦਇਆ ਤੇ ਦਾਨ ਦੀ ਮਹਿਮਾ ਨਹੀਂ ਦੱਸ ਸਕਦਾ।
क्रोधी ते अहंकारी किस तरह निर्माणता की गल करेगा। तंग नज़र ते मुतसबी समदृष्टि की महिमा बयान नहीं कर सकता। वैर भाव नाल भरिया होया हिरदा निर्वैरता की महिमा किस तरह बयान करेगा। रस तो हीन ते खुश्क हिरदे नाम रस नूं किवें उजागर करनगे। वस्तुआं ते राजनीति का प्रचार ते कोई भी कर सकता है, पर धर्म का प्रचार तां धर्म विच निपुण व्यक्ति ही कर सकता है। यही कारण है कि राजनीति की चाहत ते पदार्थां दा लोभ दिन प्रति दिन वधदा जा रहा है ते धर्म मनुखी जीवन विचों रोज रोज घटदा जा रहा है। सुता है मनुख सुते हुए मनुख नूं नहीं जगा सकता। खुफ्ता की कुंद बेदार शेख सादी। बुझिया होया दीपक बुझे हुए दीपक नूं नहीं जला सकता। सो अधार्मिक धर्म की व्याख्या करे वो असर अंदाज नहीं हुंदी। जिंदगी का साज बेसुरा होवे तां धर्म का नगमा अलापना कठिन है। अन्ना रहबरी करेगा तां पिछ लगू भटकणगे। अंधा आगू जे थिए सब साथ मुहावे। भाई गुरदास जी। मेरी इस लेखनी का मुख मुद्दा यही है कि सिख जगत विच धर्म की शमा जले, दैवी गुणा के चमन प्रफुल्लित होण, धर्म की दौलत नाल सिख हिरदे माला माल होण ते रब्बी सुहपन चेहरे ते झलके। सिर्फ इसे ही आशे नूं मुख रखदिआं अपने जज्बे तजर्बे इस किताब राहीं सिख जगत के सामने रख रहा हाँ। सतगुरु सहायक होण। ये बीज जो मैं इस लेखनी राहीं बीजे हैं, ये सुधारक रूप विच प्रफुल्लित होण। प्रबंध। कोई भी संस्था अदारा संगठन ਜਾਂ कारखाना प्रबंध कला तो हीना होवे ਤਾਂ उसका सही रूप ਵਿੱਚ चलना ਜਾਂ रहना कठिन हो जाता है। प्रबंध अपने आप ਵਿੱਚ एक महान कला है, जिस करके संगठन संस्था ਅਤੇ कारखाना ਸੁਚੱਜੇ ਢੰਗ ਨਾਲ ਚੱਲਦਾ ਹੈ। ਕਿਸੇ ਵੀ ਸੰਸਥਾ ਦਾ ਸਹੀ ਢੰਗ ਨਾਲ ਨਾ ਚੱਲਣਾ ਜਾਂ ਖਤਮ ਹੋ ਜਾਣਾ, ਕਿਸੇ ਕਾਰਖਾਨੇ ਦਾ ਉੱਨਤੀ ਮੁਨਾਫੇ ਵਿੱਚ ਨਾ ਚੱਲਣਾ ਜਾਂ ਖਤਮ ਹੋ ਜਾਣਾ, ਇਹ 90% ਪ੍ਰਬੰਧ ਦੀ ਨਾਅਹਿਲੀਅਤ ਕਰਕੇ ਹੁੰਦਾ ਹੈ। ਜੋ ਸ਼ਖਸ ਹਿਸਾਬ ਕਿਤਾਬ ਅਕਾਊਂਟ ਬੁੱਕ ਕੀਪਿੰਗ ਬਾਰੇ ਜਾਣਕਾਰੀ ਰੱਖਦਾ ਹੀ ਨਹੀਂ, ਉਸ ਨੂੰ ਕਿਸੇ ਬੈਂਕ ਦਾ ਮੈਨੇਜਰ ਬਣਾਉਣਾ ਬੈਂਕ ਤੇ ਦੇਸ਼ ਨੂੰ ਦਿਵਾਲੀਆ ਘੋਸ਼ਿਤ ਕਰਨ ਦੇ ਬਰਾਬਰ ਹੈ। ਹੂਬੂ ਇਸੇ ਤਰ੍ਹਾਂ ਧਰਮ ਆਪਣੇ ਆਪ ਵਿੱਚ ਇੱਕ ਮਹਾਨ ਕਲਾ ਹੈ, ਜੀਵਨ ਦਾ ਰਸ ਹੈ ਤੇ ਜੀਵਨ ਦਾ ਲਕਸ਼ ਹੈ। ਪਰ ਜੋ ਇਸ ਕਲਾ ਵਿੱਚ ਨਿਪੁੰਨ ਨਹੀਂ, ਉਸ ਦੇ ਹੱਥ ਵਿੱਚ ਧਾਰਮਿਕ ਸੰਸਥਾ ਜਾਂ ਧਾਰਮਿਕ ਮੰਦਰ ਦਾ ਇੰਤਜ਼ਾਮ ਸੌਂਪਣਾ ਰੇਤ ਵਿੱਚੋਂ ਤੇਲ ਕੱਢਣ ਦੀ ਨਹੀਂ। ਕੱਚੀ ਮਿੱਟੀ ਦੀ ਬੁਨਿਆਦ ਤੇ ਪੱਕੇ ਮਹਲ ਖੜੇ ਨਹੀਂ ਕੀਤੇ ਜਾ ਸਕਦੇ। ਦੇਖਣ ਵਿੱਚ ਆਇਆ ਕਿ ਮਨੁੱਖ ਇਸ ਕਲਾ ਨੂੰ ਜੀਵਨ ਦੇ ਹਰ ਖੇਤਰ ਵਿੱਚ ਵਰਤਦਾ ਹੈ, ਪਰ ਜਿੱਥੇ ਧਰਮ ਦਾ ਤਾਲੁਕ ਹੈ ਉੱਥੇ ਦਿਮਾਗ ਦੇ ਤਾਕ ਬੰਦ ਕਰ ਦਿੰਦਾ ਹੈ। ਖਾਸ ਕਰਕੇ ਸਿੱਖ ਧਰਮ ਵਿੱਚ ਤੇ ਐਸਾ ਹੀ ਹੈ। ਜੋ ਕੇਵਲ ਤੇ ਕੇਵਲ ਥੋੜ੍ਹੀ ਬਹੁਤ ਰਾਜਨੀਤਿਕ ਤੇ ਵਪਾਰਕ ਸੂਝ-ਬੂਝ ਰੱਖਦੇ ਹਨ, ਉਹੀ ਧਾਰਮਿਕ ਸੰਸਥਾ ਤੇ ਮੰਦਰ ਚਲਾ ਰਹੇ ਹਨ। ਇਹ ਤੇ ਇਸ ਤਰ੍ਹਾਂ ਹੋਇਆ ਜਿਵੇਂ ਬੈਲ ਗੱਡੀ ਚਲਾਉਣ ਵਾਲੇ ਨੂੰ ਰੇਲ ਗੱਡੀ ਚਲਾਉਣ ਲਈ ਕਹਿ ਦਈਏ ਜਾਂ ਹਵਾਈ ਜਹਾਜ਼ ਉਡਾਉਣ ਵਾਸਤੇ ਬਿਠਾ ਦਈਏ। ਇਉਂ ਜੋ ਹਾਲ ਰੇਲ ਗੱਡੀ ਦੇ ਮੁਸਾਫਰਾਂ ਦਾ ਹੋਵੇਗਾ, ਉਹੀ ਹਾਲ ਨਾਅਹਿਲ ਲੋਕਾਂ ਦੇ ਹੱਥਾਂ ਵਿੱਚ ਧਰਮ ਦਾ ਹੋ ਜਾਂਦਾ। ਈਸਾਈਅਤ, ਬੌਧ ਤੇ ਸਨਾਤਨ ਮਤ ਇਸ ਬਾਰੇ ਸਾਵਧਾਨ ਹੈ। ਖਾਸ ਕਰਕੇ ਈਸਾਈਅਤ ਦੀ ਸੂਝ-ਬੂਝ ਕਾਬਲੇ ਤਾਰੀਫ ਹੈ, ਲੇਕਿਨ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਜੋ ਰਸਾਤਲ ਵਿੱਚ ਚਲਾ ਗਿਆ, ਉਸ ਦਾ ਮੂਲ ਕਾਰਨ ਇਹੀ ਪ੍ਰਬੰਧਕੀ ਢਾਂਚਾ ਹੈ। ਤੁੱਛ ਬੁੱਧੀ ਅਨੁਸਾਰ 40-45 ਸਾਲ ਦੇ ਇਸ ਧਰਮ ਪ੍ਰਚਾਰ ਦੇ ਜੀਵਨ ਵਿੱਚ ਜੋ ਮੇਰੇ ਅਨੁਭਵ ਵਿੱਚ ਆਇਆ ਹੈ, ਉਸ ਨੂੰ ਮੈਂ ਇਸ ਲੇਖਣੀ ਰਾਹੀਂ ਜਗ ਉਜਾਗਰ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰ ਰਿਹਾ, ਤਾਂ ਕਿ ਜੀਵਨ ਦੇ ਅੰਤ ਬਾਅਦ ਸਿੱਖ ਧਰਮ ਦੇ ਸੂਰਜ ਨੂੰ ਧਰਮ ਦੇ ਉਫਕ ਤੇ ਚਮਕਦਾ ਹੋਇਆ ਵੇਖ ਸਕਾਂ। ਕਿਸੇ ਵਿਅਕਤੀ ਨਾਲ ਰੰਜਿਸ਼ ਰੱਖ ਕੇ ਜੇ ਲਿਖਿਆ ਜਾਏ ਜਾਂ ਬੋਲਿਆ ਜਾਏ, ਉਹ ਮੇਰੀ ਦ੍ਰਿਸ਼ਟੀ ਵਿੱਚ ਅਤੀ ਨੀਚ ਕਰਮ ਹੈ। ਇਸ ਵਾਸਤੇ ਪਾਠਕ ਜਨ ਖੁੱਲ੍ਹੇ ਦਿਲ ਤੇ ਖੁੱਲ੍ਹੇ ਦਿਮਾਗ ਨਾਲ ਇਸ ਕਿਤਾਬ ਨੂੰ ਪੜ੍ਹਨ ਦੀ ਕਿਰਪਾਲਤਾ ਕਰਨ। ਸੰਗਤ।
ਸੰਗਤਾਂ ਆਮ ਕਰਕੇ ਰਾਗੀ ਪ੍ਰਚਾਰਕ ਸੰਤਾਂ ਦੇ ਅਸਰ ਨੂੰ ਕਬੂਲ ਕਰਦੀਆਂ ਹਨ ਜਾਂ ਨਹੀਂ ਕਰਦੀਆਂ। ਉਹਨਾਂ ਦਾ ਧਿਆਨ ਪ੍ਰਬੰਧਕੀ ਢਾਂਚੇ ਵੱਲ ਘੱਟ ਹੀ ਜਾਂਦਾ ਹੈ। ਜੇ ਥੋੜ੍ਹੇ ਬਹੁਤ ਢਾਂਚੇ ਤੋਂ ਔਖੇ ਵੀ ਹੋਣ ਤਾਂ ਉਹ ਚੁੱਪ ਰਹਿ ਜਾਂਦੇ ਹਨ ਜਾਂ ਖੁਦ ਵੀ ਰਾਜਨੀਤੀ ਵੱਸ ਹੋ ਕਿਸੇ ਇੱਕ ਦਾ ਪੱਖ ਪੂਰਦੇ ਹਨ। ਇਸ ਤਰ੍ਹਾਂ ਸੁਧਾਰ ਦਾ ਹੋਣਾ ਰੁਕ ਜਾਂਦਾ ਹੈ ਤੇ ਭੁੱਲਾਂ ਦਾ ਨਾਸੂਰ ਵੱਧਦਾ ਹੀ ਜਾਂਦਾ ਹੈ। ਜੇ ਪ੍ਰਬੰਧ ਗਲਤ ਹੈ ਤਾਂ ਇਹਨਾਂ ਪ੍ਰਬੰਧਕਾਂ ਦਾ ਚੁਣਾਵ ਕਰਨ ਵਾਲੇ ਗਲਤ ਸਾਬਤ ਹੋ ਜਾਂਦੇ ਹਨ। ਸੰਗਤਾਂ ਥੋੜ੍ਹਾ ਜਿਹਾ ਵੀ ਦੂਰਦ੍ਰਿਸ਼ਟੀ ਤੋਂ ਕੰਮ ਲੈਣ ਤਾਂ ਉਮੀਦ ਕੀਤੀ ਜਾ ਸਕਦੀ ਹੈ ਤੇ ਧਰਮ ਦਾ ਕਾਫਲਾ ਮੰਜ਼ਿਲੇ ਮਕਸੂਦ ਤੱਕ ਪਹੁੰਚ ਸਕਦਾ ਹੈ। ਕਹਿੰਦੇ ਹਨ, ਸਾਰੇ ਜੀਵਨ ਸ਼੍ਰੇਣੀ ਵਿੱਚ ਜੀਵ 5% ਉਸਾਰੂ, ਸੁਚੇਤ ਤੇ ਜ਼ਿੰਮੇਵਾਰੀ ਮਹਿਸੂਸ ਕਰਦੇ ਹਨ। ਇਹ ਠੀਕ ਹੈ ਕਿ ਇੱਕ ਭੇਡ ਦੇ ਪਿੱਛੇ ਸਾਰੀਆਂ ਭੇਡਾਂ ਚੱਲਦੀਆਂ ਹਨ। ਉਹ ਕਿਸੇ ਇੱਕ ਦੇ ਪਿੱਛੇ ਨਹੀਂ ਚੱਲਦੀ ਜਿਸ ਦੇ ਪਿੱਛੇ ਸਾਰੀਆਂ ਚੱਲਦੀਆਂ ਹਨ। ਭੇਡਾਂ ਵਿੱਚ ਵੀ ਕੁਝ ਐਸੀਆਂ ਭੇਡਾਂ ਨੇ ਜੋ ਰਸਤੇ ਦੀ ਚੋਣ ਖੁਦ ਕਰਦੀਆਂ ਹਨ। ਕੁਦਰਤ ਦਾ ਇਹ ਨਿਯਮ ਸਾਰੇ ਪਸ਼ੂ ਪੰਛੀਆਂ ਦੇ ਜੀਵਨ ਵਿੱਚ ਵੇਖਣ ਨੂੰ ਮਿਲਦਾ ਹੈ। ਮਨੁੱਖਾਂ ਵਿੱਚ ਵੀ ਸਿਰਫ 5% ਉਹ ਲੋਕ ਹਨ ਜੋ ਜ਼ਿੰਮੇਵਾਰੀ ਮਹਿਸੂਸ ਕਰਦੇ ਹਨ, ਸਾਹਸ ਰੱਖਦੇ ਹਨ ਤੇ ਅਗਰਸਰ ਹੋਣ ਦੀਆਂ ਰੁਚੀਆਂ ਰੱਖਦੇ ਹਨ। ਅਗਰ ਇਹੀ ਲੋਕ ਅੱਗੇ ਆ ਕੇ ਆਪਣਾ ਸੰਗਠਨ ਬਣਾ ਲੈਣ ਤਾਂ ਕਾਮਯਾਬੀ ਚਰਨ ਚੁੰਮ ਸਕਦੀ ਹੈ। ਇਹ ਇੱਕ ਬਦਕਿਸਮਤੀ ਹੀ ਹੈ ਕਿ ਬੁਰੇ ਸੰਗਠਿਤ ਹਨ, ਭਲੇ ਸੰਗਠਿਤ ਨਹੀਂ ਹਨ। ਚੋਰ ਡਕੈਤ ਸੰਗਠਿਤ ਹਨ, ਰਾਜਨੀਤਿਕ ਸੰਗਠਿਤ ਹਨ, ਪਰ ਸੰਤ ਮਹਾਂਪੁਰਸ਼ ਤੇ ਨੇਕ ਲੋਕ ਸੰਗਠਿਤ ਨਹੀਂ ਹਨ, ਜਿਸ ਕਰਕੇ ਬੁਰੇ ਗਾਲਬ ਆ ਜਾਂਦੇ ਹਨ, ਨੇਕ ਪਛੜ ਜਾਂਦੇ ਹਨ। ਇਸ ਲੇਖਣੀ ਨੂੰ ਪੜ੍ਹ ਕੇ ਅਗਰ ਨੇਕ ਲੋਕ ਸੰਗਠਿਤ ਹੁੰਦੇ ਗਏ ਤਾਂ ਗੁਰੂ ਕਿਰਪਾ ਸਦਕਾ ਸੁਧਾਰ ਦੀ ਇਹ ਲਹਿਰ ਸਿਖਰ ਤੱਕ ਪਹੁੰਚੇਗੀ। ਮੈਂ ਆਪਣਾ ਫਰਜ਼ ਸਮਝ ਲਿਖ ਦਿੱਤਾ ਹੈ। ਪਾਠਕ ਆਪਣਾ ਫਰਜ਼ ਸਮਝਦੇ ਹੋਏ ਇਸ ਕਿਤਾਬ ਨੂੰ ਆਪਣੇ ਹੱਥਾਂ ਤੋਂ ਹੋਰ ਹੱਥਾਂ ਤੱਕ ਪਹੁੰਚਾਉਣ ਤਾਂ ਕਿ 2 ਹੱਥ 1000 ਹੱਥ ਸਹਿੰਸਰ ਬਾਹੂ ਹੁੰਦੇ ਜਾਣ। ਸਤਸੰਗੀ ਤੇ ਸਤਸੰਗ ਦੀ ਘੜੀ ਬੜੀ ਮਹਿਮਾ ਹੈ। ਸਤਸੰਗੀ ਤੇ ਸਤਸੰਗ ਦੀ ਬੜੀ ਮਹਿਮਾ ਹੈ। ਇਸ ਮਹਿਮਾ ਦੀ ਮਹਿਕ ਨੂੰ ਸਾਰੇ ਜਗਤ ਵਿੱਚ ਫੈਲਾਣ ਹਿੱਤ ਸਾਰੇ ਹੱਥ ਅੱਗੇ ਆਉਣ। ਗੁਰੂ ਜ਼ਰੂਰ ਸਹਾਇਕ ਹੋਣਗੇ। ਦੇਸ਼ ਦੀ ਸੰਗਤ ਧਾਰਮਿਕ ਤਲ ਤੇ ਵਿਦੇਸ਼ ਦੀ ਸੰਗਤ ਨਾਲੋਂ ਜਿੱਥੇ ਸੂਝਵਾਨ ਤੇ ਸ਼ਰਧਾਲੂ ਹੈ, ਉੱਥੇ ਹਲੇਮ ਤਬੀਅਤ ਤੇ ਧਾਰਮਿਕ ਜਜ਼ਬਿਆਂ ਨਾਲ ਉਤਸ਼ਾਹਪੂਰਵਕ ਹੈ। ਮੈਂ ਸਿਰਫ ਸੰਗਤ ਬਾਰੇ ਲਿਖ ਰਿਹਾ ਹਾਂ, ਸਮਾਜ ਬਾਰੇ ਨਹੀਂ। ਵਿਦੇਸ਼ ਦੀ ਸੰਗਤ ਧਾਰਮਿਕ ਤਲ ਤੇ ਇਤਨੀ ਗਹਿਰੀ ਸਰੋਤ ਨਹੀਂ ਰੱਖਦੀ। ਉਸਦੇ ਬਹੁਪੱਖੀ ਕਾਰਨਾਂ ਵਿੱਚੋਂ 2 ਕਾਰਨ ਪ੍ਰਬਲ ਨੇ। ਇੱਕ ਤੇ ਹਫ਼ਤਾਵਾਰੀ ਸਤਸੰਗ, ਦੂਜਾ ਮਸਰੂਫੀਅਤ ਸਮੁੱਚੇ ਪਰਿਵਾਰ ਦੀ ਇਤਨੀ ਜ਼ਿਆਦਾ ਹੈ ਕਿ ਉਹ ਰੋਜ਼ ਸਮਾਂ ਕੱਢਣਾ ਇਹਨਾਂ ਲਈ ਕਠਿਨ ਹੈ। ਵਿਦੇਸ਼ੀ ਸੰਗਤ ਦੀ ਨਵੀਂ ਪਨੀਰੀ ਲਈ ਭਾਸ਼ਾ ਦੀ ਵੀ ਸਮੱਸਿਆ ਹੈ। ਸਾਰੀ ਦੁਨੀਆ ਵਿੱਚ ਮੁਸਲਮਾਨ ਅਰਬੀ ਭਾਸ਼ਾ ਸਮਝਦਾ ਹੈ ਕਿਉਂਕਿ ਉਹਨਾਂ ਦੀਆਂ 5 ਨਮਾਜ਼ਾਂ ਤੇ ਕੁਰਾਨ ਅਰਬੀ ਵਿੱਚ ਹੈ। ਚਾਹੇ ਉਹ ਮੁਸਲਮਾਨ ਚੀਨੀ ਹੈ ਜਾਂ ਬਾਈ ਮਲੇਸ਼ੀਅਨ ਜਾਂ ਹਿੰਦੁਸਤਾਨੀ, ਪਾਕਿਸਤਾਨੀ, ਅਫਗਾਨੀ ਤੇ ਸਾਰੇ ਰੂਸ ਦੇ ਇਲਾਕੇ ਦੇ ਮੁਸਲਮਾਨ ਅਰਬੀ ਸਮਝਦੇ ਨੇ। ਇਹ ਆਪਣੇ ਬੱਚਿਆਂ ਨੂੰ ਮਸਜਿਦਾਂ ਵਿੱਚ ਅਰਬੀ ਲਾਜ਼ਮੀ ਪੜ੍ਹਾਉਂਦੇ ਨੇ। ਚੀਨੀ ਸਾਰੀ ਦੁਨੀਆ ਵਿੱਚ ਫੈਲੇ ਹੋਏ ਨੇ। ਇਹਨਾਂ ਨੇ ਆਪਣੀ ਭਾਸ਼ਾ ਤੇ ਲਿਪੀ ਨੂੰ ਹਰ ਦੇਸ਼ ਵਿੱਚ ਜਿੰਦਾ ਰੱਖਿਆ ਹੋਇਆ। ਲੇਕਿਨ ਸਿੱਖ ਤਾਂ ਆਪਣੀ ਭਾਸ਼ਾ, ਪੰਜਾਬੀ ਭਾਸ਼ਾ ਤੇ ਲਿਪੀ ਨੂੰ ਤੇ ਸਰੂਪ ਨੂੰ ਸਭ ਤੋਂ ਪਹਿਲਾਂ ਤਿਲਾਂਜਲੀ ਦੇ ਦਿੰਦਾ ਹੈ, ਜਿਸ ਕਾਰਨ ਉਹ ਆਪਣੀ ਸਭਿਅਤਾ ਤੇ ਧਰਮ ਨੂੰ ਗਵਾ ਬੈਠਦਾ ਹੈ। ਧਾਰਮਿਕ ਪ੍ਰਸ਼ਨ ਵੀ ਵਿਦੇਸ਼ੀ ਸੰਗਤਾਂ ਦੇ ਕੋਈ ਗਹਿਰੇ ਨਹੀਂ ਹਨ, ਜਦਕਿ ਦੇਸ਼ ਦੀ ਸੰਗਤ ਨਾਮ ਅਭਿਆਸ ਦੇ ਸੰਬੰਧ ਵਿੱਚ ਬਾਹਲੇ ਪ੍ਰਸ਼ਨ ਕਰਦੀ ਹੈ। ਪ੍ਰਬੰਧਕੀ ਢਾਂਚੇ ਦੇਸ਼ ਵਿਦੇਸ਼ ਦਾ ਜ਼ਿਆਦਾਤਰ ਰਾਜਨੀਤਿਕ ਤੇ ਹੰਕਾਰੀ ਹੈ। ਇੱਕ ਸੰਕੀਰਨਤਾ ਜੋ ਵਿਦੇਸ਼ਾਂ ਵਿੱਚ ਵੇਖਣ ਨੂੰ ਮਿਲਦੀ ਹੈ, ਉਹ ਦੇਸ਼ ਵਿੱਚ ਨਹੀਂ ਹੈ। ਇੱਕ ਰਾਗੀ ਜਥਾ ਜਿਸ ਪ੍ਰਬੰਧਕੀ ਢਾਂਚੇ ਨੇ ਬੁਲਾਇਆ ਹੁੰਦਾ ਹੈ, ਉਹ ਉਸ ਨੂੰ ਦੂਸਰੇ ਗੁਰਦੁਆਰੇ ਜਾਣ ਤੋਂ ਮਨਾਹੀ ਕਰ ਦਿੱਤੀ ਜਾਂਦੀ ਹੈ, ਜਿਵੇਂ ਕਿ ਦੂਸਰਾ ਗੁਰਦੁਆਰਾ ਹੀ ਨਾ ਹੋਵੇ। ਸਰਬੱਤ ਦਾ ਭਲਾ ਮੰਗਣਾ ਤੇ ਵੰਡ ਛਕਣ ਦੇ ਸਿਧਾਂਤ ਪ੍ਰਬੰਧਕੀ ਢਾਂਚੇ ਵਿੱਚ ਵੇਖਣ ਨੂੰ ਨਹੀਂ ਮਿਲਦੇ। ਅਕਸਰ ਹਾਰੇ ਹੋਏ ਪ੍ਰਬੰਧਕ ਗੁਰਦੁਆਰੇ ਦੇ ਮੁਕਾਬਲੇ ਦੇ ਦੂਜੇ ਗੁਰਦੁਆਰੇ ਖੜੇ ਕਰ ਦਿੰਦੇ ਹਨ। ਅਕਸਰ ਹਾਰੇ ਹੋਏ ਪ੍ਰਬੰਧਕ ਗੁਰਦੁਆਰੇ ਦੇ ਮੁਕਾਬਲੇ ਤੇ ਦੂਜੇ ਗੁਰਦੁਆਰੇ ਖੜੇ ਕਰ ਦਿੰਦੇ ਹਨ।
ਇਸ ਕਰਕੇ ਜਿੱਤੇ ਹੋਏ ਤੇ ਹਾਰੇ ਹੋਇਆਂ ਦਾ ਆਪਸੀ ਮਨ ਮਿਟਾਵ ਪ੍ਰਚਾਰ ਵਿੱਚ ਬਹੁਤ ਰੁਕਾਵਟ ਸਾਬਤ ਹੁੰਦਾ ਹੈ। ਮਜਬੂਰ ਤੇ ਲਾਚਾਰ ਤੇ ਆਰਥਿਕ ਪੱਖ ਤੋਂ ਥੁੜੇ ਹੋਏ ਰਾਗੀ ਤੇ ਪ੍ਰਚਾਰਕ ਇਹਨਾਂ ਦੀ ਈਨ ਮਨ ਦੂਜੇ ਥਾਵਾਂ ਤੇ ਮੰਗ ਹੁੰਦਿਆਂ ਹੋਇਆਂ ਵੀ ਨਹੀਂ ਜਾ ਸਕਦੇ। ਗੁਰਮਤ ਦੇ ਸਿਧਾਂਤ ਦਾ ਪ੍ਰਚਾਰ ਕਰਨ ਹਿਤ ਗੁਰੂ ਨਾਨਕ ਦੇਵ ਜੀ ਹਿੰਦੂਆਂ ਦੇ 68 ਤੀਰਥਾਂ ਤੇ ਗਏ। ਉੱਥੇ ਉਹ ਖਾਨਾ ਕਾਬਾ ਮੱਕਾ ਮਦੀਨਾ ਵੀ ਗੁਰਮਤ ਦੇ ਸੋਮੇ ਰੋਸ਼ਨ ਕਰਦੇ ਰਹੇ, ਜਦਕਿ ਪ੍ਰਬੰਧਕੀ ਢਾਂਚਾ ਦੂਜੇ ਗੁਰਦੁਆਰਿਆਂ ਵਿੱਚ ਗੁਰਬਾਣੀ ਦਾ ਪ੍ਰਚਾਰ ਚਾਨਣਾ ਨਹੀਂ ਦੇਖਣਾ ਚਾਹੁੰਦੇ। ਇਸ ਤਰ੍ਹਾਂ ਦੀ ਇਹ ਸੰਕੀਰਨਤਾ ਦੇਸ਼ ਦੇ ਗੁਰਦੁਆਰਿਆਂ ਵਿੱਚ ਨਹੀਂ ਹੈ ਜਾਂ ਸਿਰਫ ਨਾਮ ਮਾਤਰੀ ਹੈ। ਪ੍ਰਬੰਧਕ ਰਾਗੀ ਪ੍ਰਚਾਰਕਾਂ ਕੋਲੋਂ ਉਸ ਤਰ੍ਹਾਂ ਦੇ ਕੰਮ ਲੈਂਦੇ ਹਨ ਜੋ ਉਹਨਾਂ ਦੀ ਸੇਵਾ ਦੇ ਦਾਇਰੇ ਵਿੱਚ ਨਹੀਂ ਆਉਂਦੇ। ਲਾਚਾਰ ਤੇ ਮਜਬੂਰ ਇਹ ਰਾਗੀ ਆਪਣੀ ਸੇਵਾ ਦੇ ਦਾਇਰੇ ਵਿੱਚ ਲੈ ਲੈਂਦੇ ਹਨ। ਭਿਅੰਕਰ ਆਪਸੀ ਵਿਵਾਦ ਤੇ ਲੜਾਈ ਝਗੜੇ ਜੋ ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਵੇਖਣ ਨੂੰ ਮਿਲਦੇ ਹਨ, ਉਹ ਦੇਸ਼ ਦੇ ਗੁਰਦੁਆਰਿਆਂ ਵਿੱਚ ਨਹੀਂ ਹਨ ਜਾਂ ਨਾਮ ਮਾਤਰ ਹਨ। ਦੇਸ਼ ਦੇ ਗੁਰਦੁਆਰਿਆਂ ਵਿੱਚ ਪ੍ਰਬੰਧਕੀ ਢਾਂਚਾ ਸਿਰਫ ਵੱਡੇ ਅਸਥਾਨ ਜੋ ਆਮਦਨ ਪੱਖੋਂ ਖਾਸ ਦਰਜਾ ਰੱਖਦੇ ਹਨ, ਉੱਥੇ ਆਪਸੀ ਵਿਵਾਦ ਵੇਖਣ ਨੂੰ ਮਿਲਦਾ ਹੈ। ਰਾਗੀ ਪ੍ਰਚਾਰਕ ਸ਼੍ਰੇਣੀ ਦੀ ਕਿਸੇ ਵਕਤੀ ਤਰੁਟੀ ਨੂੰ ਇਸ ਢੰਗ ਨਾਲ ਨਸ਼ਰ ਨਹੀਂ ਕੀਤਾ ਜਾਂਦਾ ਜਿਵੇਂ ਕਿ ਵਿਦੇਸ਼ਾਂ ਵਿੱਚ ਕੀਤਾ ਜਾਂਦਾ। ਕਿਸੇ ਨਿੱਕੀ ਜਿਹੀ ਗਲਤੀ ਨੂੰ ਮੁੱਖ ਰੱਖ ਕੇ ਹਮੇਸ਼ਾ ਲਈ ਉਸ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਨੇ, ਜਦਕਿ ਦੇਸ਼ ਵਿੱਚ ਐਸਾ ਨਹੀਂ ਹੈ। ਦੇਸ਼ ਵਿੱਚ ਵੱਡੇ ਗੁਰਦੁਆਰਿਆਂ ਵਿੱਚ ਰਾਜਨੀਤਿਕ ਸਵਾਰਥ ਚਰਮ ਸੀਮਾ ਤੇ ਹੈ, ਜਦਕਿ ਵਿਦੇਸ਼ਾਂ ਵਿੱਚ ਅਹੰਕਾਰ ਤੇ ਜਾਤੀਅਤ ਚਰਮ ਸੀਮਾ ਤੇ ਹੈ। ਧਾਰਮਿਕ ਸੋਚਣੀ ਸੀਮਤ ਹੋਣ ਕਰਕੇ ਬਾਤ ਦਾ ਬਤੰਗੜ ਬਣਦਿਆਂ ਦੇਰ ਨਹੀਂ ਲੱਗਦੀ। ਪ੍ਰਚਾਰ ਪੱਖ ਤੋਂ ਹੀਣੇ ਤੇ ਰਾਜਨੀਤਿਕ ਤੌਰ ਤੇ ਪੂਰੇ ਦੇਸ਼ ਦੇ ਪ੍ਰਬੰਧਕ ਗੁਰਮਤ ਪ੍ਰਚਾਰ ਦੇ ਬਹੁਤ ਵੱਡੇ ਰੋੜੇ ਹਨ। ਕੁੱਲ ਮਿਲਾ ਕੇ ਦੇਸ਼ ਵਿਦੇਸ਼ ਧਾਰਮਿਕ ਪ੍ਰਚਾਰ ਵੱਲੋਂ ਜ਼ੀਰੋ ਹੈ। ਸ਼ਾਇਦ ਸਤਿਗੁਰੂ ਆਪਣੀ ਕਲਾ ਮਿਹਰ ਵਰਤਾ ਕੇ ਵਾਤਾਵਰਨ ਨੂੰ ਸੁਖਾਵਾਂ ਬਣਾਉਣ। ਮਨੁੱਖ ਇੱਕ ਬੌਧਿਕ ਪ੍ਰਾਣੀ ਹੈ। ਬੌਧਿਕ ਬਲ ਦੇ ਆਸਰੇ ਇਸ ਨੇ ਬਹੁਤ ਵਿਕਾਸ ਕੀਤਾ ਹੈ ਤੇ ਪਸ਼ੂਆਂ ਨੂੰ ਪਿੱਛੇ ਸੁੱਟਿਆ। ਨਿੰਦਰਾ, ਆਲਸ, ਭੁੱਖ ਤੇ ਵਾਸ਼ਨਾ ਪਸ਼ੂਆਂ ਵਿੱਚ ਵੀ ਪਾਈ ਜਾਂਦੀ ਹੈ। ਮੌਤ ਤੋਂ ਭੈ ਪਸ਼ੂ ਵੀ ਖਾਂਦੇ ਹਨ, ਪਰ ਮਨੁੱਖ ਆਪਣੀ ਸੋਚ ਸ਼ਕਤੀ ਦੇ ਆਸਰੇ ਸਮਾਜ, ਰਾਜਨੀਤੀ ਤੇ ਧਰਮ ਨੂੰ ਵਿਕਸਿਤ ਕਰਨ ਵਿੱਚ ਸਫਲ ਹੋਇਆ ਹੈ, ਜਦਕਿ ਪਸ਼ੂ ਸਮਾਜ ਤੇ ਧਰਮ ਤੋਂ ਥੱਲੇ ਜੀ ਰਿਹਾ। ਜਦ ਕਦੀ ਮਨੁੱਖ ਸਮਾਜ ਦੇ ਰਸਮੋ ਰਿਵਾਜ ਨੂੰ ਠੋਕਰ ਮਾਰਦਾ ਹੈ ਤੇ ਧਰਮ ਤੋਂ ਇਨਕਾਰੀ ਹੁੰਦਾ ਹੈ ਤਾਂ ਉਸ ਨੂੰ ਪਸ਼ੂ ਤੁਲ ਆਖਿਆ ਜਾਂਦਾ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ। ਗੌੜੀ ਸੁਖਮਣੀ ਅੰਕ 267। ਮਨੁੱਖ ਸਿਰਫ ਮਨੁੱਖ ਦੀ ਤਰ੍ਹਾਂ ਦਿਖਾਈ ਦਿੰਦਾ ਹੈ, ਪਰ ਮਨੁੱਖਤਾ ਤੋਂ ਦੂਰ ਹੋਈ ਜਾਂਦਾ ਹੈ। ਈਰਾਨੀ ਸੂਫੀ ਸੰਤ ਸ਼ੇਖ ਸਾਦੀ ਦਾ ਕਹਿਣਾ ਹੈ ਕਿ ਇਨਸਾਨ ਦੇ ਅੰਦਰ ਇਨਸਾਨੀਅਤ ਲਾਜ਼ਮੀ ਚਾਹੀਦੀ ਹੈ। ਜੇਕਰ ਚੰਦਨ ਵਿੱਚ ਖੁਸ਼ਬੂ ਹੀ ਨਹੀਂ ਤਾਂ ਉਸ ਨੂੰ ਚੰਦਨ ਆਖਣ ਦੀ ਲੋੜ ਹੀ ਕੀ। ਇਨਸਾਨ ਰਾ ਇਨਸਾਨੀਅਤ ਲਾਜ਼ਮ ਅਸਤ, ਊਦਗਰ ਬੂ ਨਾ ਬਾਸ਼ਦ ਹੈਜ਼ਮ ਅਸਤ। ਬਹੁਤੀ ਮਨੁੱਖਤਾ ਤਾਂ ਮਨੁੱਖਤਾ ਤੋਂ ਥੱਲੇ ਜੀ ਰਹੀ ਹੈ। ਇਸ ਵਾਸਤੇ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਕੇਵਲ ਮਨੁੱਖੀ ਜਗਤ ਵਿੱਚ ਹੀ ਹਨ। ਪਸ਼ੂ ਸਾਰੇ ਸੁਖੀ ਜੀ ਰਹੇ ਹਨ, ਜਦਕਿ ਮਨੁੱਖ ਸਾਰੇ ਦੁਖੀ ਜੀ ਰਹੇ ਹਨ। ਮਨੁੱਖੀ ਸਮੱਸਿਆਵਾਂ ਦਾ ਸਮਾਧਾਨ ਕਰਨ ਹਿਤ ਅਨੰਤ ਅਵਤਾਰੀ ਪੁਰਸ਼ ਪ੍ਰਿਥਵੀ ਤੇ ਆਏ, ਲੇਕਿਨ ਉਂਗਲੀਆਂ ਤੇ ਗਿਣੇ ਜਾਣ ਵਾਲੇ ਮਨੁੱਖ ਹੀ ਉਹਨਾਂ ਤੋਂ ਲਾਭ ਉਠਾ ਸਕੇ। ਐਸਾ ਨਹੀਂ ਕਿ ਉਹਨਾਂ ਦੀ ਦਿੱਤੀ ਹੋਈ ਔਸ਼ਧੀ ਨਕਾਰਾ ਸੀ, ਬਲਕਿ ਮਨੁੱਖਤਾ ਨੇ ਉਸ ਔਸ਼ਧੀ ਨੂੰ ਖਾਣ ਤੋਂ ਇਨਕਾਰ ਕੀਤਾ। ਜੇ ਕਿਧਰੇ ਖਾਧੀ ਵੀ ਤਾਂ ਪਰਹੇਜ਼ ਨਹੀਂ ਰੱਖਿਆ। ਵੈਸੇ ਤਾਂ ਮਨੁੱਖੀ ਮਾਨਸਿਕ ਮੰਡਲ ਦੀਆਂ ਕਮਜ਼ੋਰੀਆਂ ਸਾਰਿਆਂ ਦੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਹਨ, ਲੇਕਿਨ ਫਿਰ ਵੀ ਆਬੋ ਹਵਾ ਤੇ ਧਰਤੀ ਮਨੁੱਖ ਦੇ ਰਹਿਣ ਸਹਿਣ ਨੂੰ ਅੱਡ-ਅੱਡ ਕਰ ਦਿੰਦੀ ਹੈ ਅਤੇ ਇਸ ਤੋਂ ਹੀ ਸਹਿਜੇ ਵੱਖ-ਵੱਖ ਕੌਮਾਂ ਦਾ ਤੇ ਮੁਲਕਾਂ ਦਾ ਜਨਮ ਹੋ ਜਾਂਦਾ। ਬਨਸਪਤੀ, ਪਸ਼ੂ ਤੇ ਮਨੁੱਖ ਆਬੋ ਹਵਾ ਤੇ ਧਰਤੀ ਦਾ ਅਸਰ ਪ੍ਰਬਲ ਰੂਪ ਵਿੱਚ ਕਬੂਲ ਕਰਦੇ ਹਨ। ਕੁਝ ਬਨਸਪਤੀ ਤੇ ਪਸ਼ੂਆਂ ਦਾ ਕਿਸੇ ਧਰਤੀ ਤੇ ਆਬੋ ਹਵਾ ਵਿੱਚ ਜੀਵਨ ਪ੍ਰਫੁੱਲਤ ਹੋਣਾ ਕਠਿਨ ਹੁੰਦਾ ਹੈ ਤੇ ਉਹ ਆਪਣਾ ਵਜੂਦ ਗਵਾ ਬੈਠਦੇ ਹਨ। ਮਨੁੱਖ ਨੂੰ ਪਰਿਪੂਰਨ ਪਰਮਾਤਮਾ ਨੇ ਪ੍ਰਸਥਿਤੀ ਨੂੰ ਆਪਣੇ ਅਨੁਕੂਲ ਕਰਕੇ ਜੀਵਨ ਬਤੀਤ ਕਰਨ ਦੀ ਬੌਧਿਕ ਸ਼ਕਤੀ ਦਿੱਤੀ ਹੈ। ਇਸ ਵਾਸਤੇ ਮਨੁੱਖ ਵਿਪਰੀਤ ਸਥਿਤੀਆਂ ਵਿੱਚ ਵੀ ਜਿਉਂਦਾ ਦੇਖਿਆ ਜਾਂਦਾ ਹੈ
ਅਤੇ ਇਸ ਕਰਕੇ ਮਨੁੱਖ ਦੇਸ਼ ਛੱਡ ਪ੍ਰਦੇਸ਼ਾਂ ਵਿੱਚ ਜੀਵਨ ਬਸਰ ਕਰਨ ਵਿੱਚ ਸਫਲ ਹੋਇਆ। ਪਰ ਇਹ ਸਫਲਤਾ ਭੌਤਿਕ ਤੌਰ ਤੇ ਅਤੇ ਉਪਜੀਵਿਕਾ ਤੱਕ ਹੀ ਸੀਮਿਤ ਰਹੀ ਹੈ। ਅਕਸਰ ਮਨੁੱਖ ਆਪਣੀ ਸੰਸਕ੍ਰਿਤੀ, ਭਾਸ਼ਾ ਤੇ ਧਰਮ ਨੂੰ ਤਿਆਗ ਬੈਠਦਾ ਹੈ। ਇਸ ਨਜ਼ਰੀਏ ਨਾਲ ਮੈਂ ਜਦ ਸਿੱਖ ਜਗਤ ਨੂੰ ਵੇਖਦਾ ਹਾਂ ਤਾਂ ਇਹ ਖਿਆਲ ਬਾਰ-ਬਾਰ ਆਉਂਦਾ ਹੈ ਕਿ ਬਾਕੀ ਕੌਮਾਂ ਦੀ ਤਰ੍ਹਾਂ ਸਿੱਖ ਵੀ ਆਪਣੀ ਭਾਸ਼ਾ, ਰਹੁ ਰੀਤੀ ਤੇ ਧਰਮ ਕਿਧਰੇ ਪਿੱਛੇ ਤਾਂ ਨਹੀਂ ਸੁੱਟਦਾ ਜਾ ਰਿਹਾ। ਇਸ ਨੁਕਤੇ ਨਾਲ ਮੈਂ ਵਿਦੇਸ਼ਾਂ ਦੇ ਗੁਰਦੁਆਰੇ, ਉਹਨਾਂ ਦੇ ਪ੍ਰਬੰਧਕੀ ਢਾਂਚੇ ਅਤੇ ਸਿੱਖ ਸੰਗਤਾਂ ਨੂੰ ਗੁਰਮਤਿ ਦੇ ਦਰਪਣ ਵਿੱਚ ਦੇਖਣ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕਰ ਰਿਹਾ। ਜੋ ਮੇਰੇ ਅਨੁਭਵ ਵਿੱਚ ਆਇਆ ਉਹ ਮੈਂ ਇਹਨਾਂ ਅੱਖਰਾਂ ਵਿੱਚ ਕਲਮਬੰਦ ਕਰ ਰਿਹਾ ਹਾਂ। ਸਿੱਖ ਇੱਕ ਐਸੀ ਕੌਮ ਹੈ ਜੋ ਭਾਰਤ ਦੇਸ਼ ਦੇ ਹਰ ਕੋਨੇ ਤੇ ਹਰ ਸੂਬੇ ਵਿੱਚ ਵਸਦੇ ਹਨ, ਪਰ ਤਕਰੀਬਨ ਪ੍ਰਦੇਸ਼ਾਂ ਵਿੱਚ ਵੀ ਵਿਆਪਕ ਤੌਰ ਤੇ ਵਸਨੀਕ ਹਨ। ਦੇਸ਼ ਵਿੱਚ ਜਦ ਝਲਕ ਮਾਰੀਏ ਤਾਂ ਪੰਜਾਬ ਤੇ ਬਾਕੀ ਦੇਸ਼ ਦੇ ਸੂਬਿਆਂ ਦੀ ਸਿੱਖ ਸੰਗਤ ਵਿੱਚ ਕਾਫੀ ਸਮਾਨਤਾ ਦਿਖਾਈ ਦਿੰਦੀ ਹੈ। ਕਰੀਬ ਪ੍ਰਬੰਧਕੀ ਢਾਂਚਾ ਵੀ ਇੱਕੋ ਜਿਹਾ ਹੀ ਲੱਗਦਾ ਹੈ, ਪਰੰਤੂ ਵਿਦੇਸ਼ ਦੇ ਗੁਰਦੁਆਰਿਆਂ ਦੇ ਨਿਗਾਹ ਮਾਰਿਆਂ ਭਿੰਨਤਾ ਸਾਫ਼ ਦਿਖਾਈ ਦੇ ਜਾਂਦੀ। ਇਸ ਨੂੰ ਮੈਂ ਵਿਚਾਰਕ ਦ੍ਰਿਸ਼ਟੀਕੋਣ ਨਾਲ ਪਾਠਕਾਂ ਦੇ ਸਾਹਮਣੇ ਰੱਖ ਰਿਹਾ ਹਾਂ। ਪਹਿਲੀ ਜੋਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਰਕੀ ਬਾਣੀ ਨੂੰ ਘਰ ਘਰ ਪਹੁੰਚਾਉਣ ਵਾਸਤੇ ਖੁਦ 9 ਖੰਡ ਪ੍ਰਿਥਵੀ ਦੇ ਘਰ ਘਰ ਪੁੱਜਦੇ ਰਹੇ। ਫਿਰ ਬਾਲੇ ਦੇ ਘਰ ਰੌਣਕਾਂ ਲੱਗੀਆਂ, ਦੂਰ ਘਰਾਂ ਵਾਲੇ ਬਾਲੇ ਦੇ ਘਰ ਆਉਣ ਲੱਗ ਪਏ। ਆਏ ਗਏ ਦੀ ਸੰਭਾਲ, ਰਹਿਣ ਸਹਿਣ ਦੀ, ਲੰਗਰ ਦਾ ਪ੍ਰਬੰਧ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਕਰਦੇ ਰਹੇ। ਦੂਸਰੀ ਪਾਤਸ਼ਾਹੀ ਨਾਲ ਇੰਤਜ਼ਾਮੀ ਢਾਂਚਾ ਵਧਿਆ, ਲੇਕਿਨ ਗੁਰੂ ਨਾਨਕ ਬਾਣੀ ਦਾ ਪ੍ਰਚਾਰ ਬਾਬਾ ਸ੍ਰੀ ਚੰਦ ਉਦਾਸੀਨ ਪੰਥ ਰਚ ਕੇ ਕਰਦੇ ਰਹੇ। ਖਰਚ ਪਾਣੀ ਲਈ ਕਾਰਪੇਟਾ ਬਾਬਾ ਸ੍ਰੀ ਚੰਦ ਜੀ ਨੂੰ ਗੁਰੂ ਘਰ ਤੋਂ ਮਿਲਦੀ ਰਹੀ। ਇਹ ਕਾਰਪੇਟਾ ਬਾਬਾ ਸ੍ਰੀ ਚੰਦ ਜੀ ਖੁਦ ਆ ਕੇ ਲੈ ਜਾਂਦੇ ਰਹੇ। ਦੂਰ ਦੁਰਾਡੇ ਉਦਾਸੀਨ ਮੱਠ ਰਚ ਕੇ ਗੁਰੂ ਨਾਨਕ ਪੰਥ ਦਾ ਪ੍ਰਚਾਰ ਕਰਦੇ ਰਹੇ। 68 ਤੀਰਥ, ਕਾਬਲ, ਕੰਧਾਰ ਤੱਕ ਬਾਬਾ ਸ੍ਰੀ ਚੰਦ ਜੀ ਨੇ ਆਪਣੀ ਪਹੁੰਚ ਨਾਲ ਗੁਰੂ ਨਾਨਕ ਮਤ ਨੂੰ ਪ੍ਰਚਾਰਿਆ। ਕਾਬਲ, ਅਫਗਾਨਿਸਤਾਨ ਵਿੱਚ ਤੇ ਭਾਰਤ ਦੇ ਰਾਮੇਸ਼ਵਰ ਤੇ ਜਗਨਨਾਥਪੁਰੀ ਵਰਗੇ ਵੱਡੇ ਵੱਡੇ ਤੀਰਥਾਂ ਤੇ ਅੱਜ ਵੀ ਬਣੇ ਹੋਏ ਗੁਰਦੁਆਰਿਆਂ ਦੀ ਦੇਖ ਰੇਖ ਉਦਾਸੀ ਹੀ ਕਰ ਰਹੇ ਹਨ। ਨੇਪਾਲ ਦਾ ਇਤਿਹਾਸਕ ਸਥਾਨ ਵੀ ਉਦਾਸੀਆਂ ਪਾਸ ਹੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪ੍ਰਿਸ਼ਟੀ ਹੋਈ ਮਸੰਦ ਪ੍ਰਥਾ ਨੂੰ ਖਤਮ ਕੀਤਾ ਤੇ ਅੱਗੋਂ ਲਈ ਗੁਰੂ ਦੀਕਸ਼ਤ ਹੋਣ ਲਈ ਅਧਿਕਾਰ 5 ਪਿਆਰਿਆਂ ਨੂੰ ਦੇ ਦਿੱਤਾ। ਪਰੰਤੂ ਉਦਾਸੀ ਉਸੇ ਤਰ੍ਹਾਂ ਲੜੀਵਾਰ ਗੁਰਮਤਿ ਪ੍ਰਚਾਰ ਦੇ ਇੰਤਜ਼ਾਮੀ ਢਾਂਚੇ ਨਾਲ ਜੁੜੇ ਰਹੇ। ਧੰਨ ਗੁਰੂ ਗੋਬਿੰਦ ਸਿੰਘ ਨੇ 5 ਸਿੰਘ ਬਨਾਰਸ ਵਿੱਚ ਸੰਸਕ੍ਰਿਤ ਪੜ੍ਹਨ ਲਈ ਭੇਜੇ। ਜਦ ਉਹ ਆਪ ਪੜ੍ਹ ਲੈ ਕੇ ਵਾਪਸ ਆਏ ਤਾਂ ਉਹਨਾਂ ਦੀ ਸਰੀਰਕ ਸੁਚਤਾ ਤੇ ਨਿਰਮਲਤਾ ਨੂੰ ਦੇਖ ਸਤਿਗੁਰਾਂ ਨੇ ਮੁਖਾਰਬਿੰਦ ਤੋਂ ਇਹ ਬੋਲ ਨਿਕਲੇ ਕਿ ਇਹ ਤਾਂ ਅਤਿਅੰਤ ਨਿਰਮਲੇ ਹਨ। ਸੋ ਸੰਸਕ੍ਰਿਤ ਪੜ੍ਹਨ ਦੌਰਾਨ ਇਹਨਾਂ ਨੂੰ ਭਗਵਾਂ ਭੇਸ ਧਾਰਨ ਕਰਨਾ ਪਿਆ। ਉਦਾਸੀਨ ਪਰੰਪਰਾ ਦੇ ਨਾਲ ਨਾਲ ਇਸ ਤਰ੍ਹਾਂ ਨਿਰਮਲਿਆਂ ਦੀ ਵੀ ਇੱਕ ਪਰੰਪਰਾ ਚੱਲ ਪਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਗੱਦੀ ਸੌਂਪ ਜਦ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋ ਸਮਾਏ ਤਾਂ ਛੋਟੇ ਵੱਡੇ ਇਤਿਹਾਸਕ ਅਸਥਾਨ ਉਦਾਸੀ ਤੇ ਨਿਰਮਲਿਆਂ ਦੇ ਪ੍ਰਬੰਧ ਹੇਠ ਆ ਗਏ। ਉਦਾਸੀ ਅਤੇ ਨਿਰਮਲੇ ਚੂੰਕਿ ਮਹਾਨ ਵਿਦਵਾਨ ਸਨ, ਗੁਰਬਾਣੀ ਦੇ ਪ੍ਰਚਾਰ ਦੇ ਮਾਹਰ ਸਨ, ਲੋਕਲ ਭਾਸ਼ਾਵਾਂ ਦੇ ਨਾਲ ਨਾਲ ਅਰਬੀ, ਫਾਰਸੀ ਤੇ ਸੰਸਕ੍ਰਿਤ ਦਾ ਚੋਖਾ ਬੋਧ ਰੱਖਦੇ ਸਨ। ਇਹਨਾਂ ਦੇ ਵਿਦਵਤਾਪੂਰਨ ਗੁਰਬਾਣੀ ਵਿਚਾਰ ਪੇਸ਼ ਕਰਨ ਤੇ ਆਏ ਗਏ ਦੀ ਸੇਵਾ ਸੁਭਾਵ ਨੂੰ ਦੇਖ ਸਿੱਖੀ ਦਾ ਦਾਇਰਾ ਵੱਧਦਾ ਗਿਆ। ਅਫਗਾਨਿਸਤਾਨ, ਫਰੰਟੀਅਰ ਤੇ ਪੰਜਾਬ ਵਿੱਚ ਹਰ ਹਿੰਦੂ ਆਪਣਾ ਪਹਿਲਾ ਬੱਚਾ ਉਦਾਸੀ ਤੇ ਨਿਰਮਲਿਆਂ ਦੀ ਪ੍ਰੇਰਨਾ ਅਨੁਸਾਰ ਗੁਰਸਿੱਖ ਬਣਾਉਂਦਾ ਰਿਹਾ। ਅਗਾਂਹ ਚੱਲ ਕੇ ਹਰ ਘਰ ਅੱਧਾ ਕੇਸਾਧਾਰੀ, ਅੱਧਾ ਸਹਿਜਧਾਰੀ ਕਹਿਲਾਉਣ ਲੱਗ ਪਿਆ। ਇਸ ਤਰ੍ਹਾਂ ਸਿੱਖੀ ਦੀ ਇਹ ਲਹਿਰ ਦਿਨ ਦੁਗਣੀ ਤੇ ਰਾਤ ਚੌਗੁਣੀ ਉੱਨਤੀ ਕਰਦੀ ਰਹੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪਾਟ ਵਿੱਚ ਅੱਗੇ ਚੱਲ ਕੇ ਇਸ ਲਹਿਰ ਨੂੰ ਤਕਵੀਅਤ ਮਿਲੀ। ਗੁਰੂ ਨਾਨਕ ਦੇਵ ਜੀ ਦੇ ਬੀਜੇ ਹੋਏ ਬੀਜ ਹੁਣ ਯੂਪੀ, ਬਿਹਾਰ, ਬੰਗਾਲ, ਅਸਾਮ, ਮੱਧ ਭਾਰਤ ਅਤੇ ਮਹਾਰਾਸ਼ਟਰ ਵਿੱਚ ਪ੍ਰਫੁੱਲਤ ਹੋਣ ਲੱਗ ਪਏ। ਇੰਤਜ਼ਾਮੀ ਢਾਂਚਾ ਨਿਰਮਲਿਆਂ ਤੇ ਉਦਾਸੀਆਂ ਪਾਸ ਸੀ। ਦੇਸ਼ ਵਿੱਚ ਰਾਜਨੀਤਿਕ ਕ੍ਰਾਂਤੀ ਹੋਈ, ਮੁਲਕ ਗੁਲਾਮ ਹੋਇਆ ਤੇ ਅੰਗਰੇਜ਼ਾਂ ਦੀ ਗੋਦ ਵਿੱਚ ਜਾ ਪਿਆ। ਜਿਵੇਂ ਰਾਜਨੀਤੀ ਦਾ ਸੁਭਾਅ ਹੈ, ਪਾੜੋ ਤੇ ਰਾਜ ਕਰੋ, ਇਹ ਨੀਤੀ ਵਿਆਪਕ ਪੱਧਰ ਤੇ ਅੰਗਰੇਜ਼ਾਂ ਨੇ ਅਪਣਾਈ।
ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਉਮਤ ਜੋ ਸੰਤ ਦੇ ਨਾਲ ਸਿਪਾਹੀ ਦਾ ਰੂਪ ਧਾਰਨ ਕਰ ਚੁੱਕੀ ਸੀ, ਅੰਗਰੇਜ਼ਾਂ ਦੀ ਅੱਖ ਵਿੱਚ ਰੜਕਣ ਲੱਗ ਪਈ। ਉਹਨਾਂ ਨੂੰ ਆਪਣੇ ਰਾਜਪਾਟ ਨੂੰ ਮਜ਼ਬੂਤ ਕਰਨ ਵਿੱਚ ਇੱਕ ਕੌਮ ਪ੍ਰਬਲ ਵਾੜ ਦਿਖਾਈ ਦਿੱਤੀ। ਉਹਨਾਂ ਦੀ ਦੂਰ ਦੀ ਸੋਚਣੀ ਨੇ ਵੱਡੇ ਇਤਿਹਾਸਕ ਸਥਾਨਾਂ ਦੇ ਮੁਖੀਆਂ ਨੂੰ ਕਾਬੂ ਕਰਕੇ ਸਿੱਖ ਕੌਮ ਨੂੰ ਆਪਣੀ ਮੁੱਠੀ ਵਿੱਚ ਲੈਣਾ ਚਾਹਿਆ। ਨਨਕਾਣਾ ਸਾਹਿਬ ਦਾ ਮਹੰਤ ਨਰੈਣ ਦਾਸ ਉਹਨਾਂ ਦਾ ਹੱਥ ਠੋਕਾ ਬਣ ਗਿਆ। ਲੱਖਾਂ ਦੀ ਆਮਦਨੀ ਵਾਲਾ ਇਹ ਇਤਿਹਾਸਕ ਸਥਾਨ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਰਾਜਨੀਤਿਕ ਅਖਾੜਾ ਬਣ ਗਿਆ। ਮਹੰਤ ਨਰੈਣ ਦਾਸ ਵਿਦਵਾਨ ਸੀ, ਨਾਲੇ ਲੱਖਾਂ ਦੀ ਜ਼ਮੀਨ ਦੀ ਆਮਦਨ ਜੋ ਮਹਾਰਾਜਾ ਰਣਜੀਤ ਸਿੰਘ ਦੀ ਭੇਟ ਕੀਤੀ ਹੋਈ ਸੀ ਤੇ ਸੰਗਤਾਂ ਦੇ ਖੁੱਲ੍ਹੇ ਚੜ੍ਹਤ ਚੜ੍ਹਾਉਣ ਨਾਲ ਧਨਵਾਨ ਬਣ ਗਿਆ ਸੀ। ਹਕੂਮਤ ਦੇ ਮੁਖੀ ਵੀ ਇਸ ਨੂੰ ਸਲਾਮਾ ਕਰਦੇ ਸਨ। ਇਸ ਨਾਲ ਉਸ ਨੂੰ ਰਾਜਨੀਤਿਕ ਸ਼ਕਤੀ ਹਜ਼ਮ ਨਾ ਹੋ ਸਕੀ। ਕਹਾਵਤ ਹੈ ਕਿ ਇੱਕ ਮਛਲੀ ਗੰਦੀ ਸਾਰਾ ਜਲ ਗੰਦਾ, ਇੱਕ ਮਛਲੀ ਗੰਦੀ ਸਾਰਾ ਜਲ ਗੰਦਾ। ਮਹੰਤ ਨਰੈਣ ਦਾਸ ਕਰਕੇ ਉਦਾਸੀ ਸੰਪਰਦਾ ਦਾਗੀ ਹੋ ਗਈ। ਭਾਵੇਂ ਬਹੁਤ ਸਾਰੇ ਉਦਾਸੀ ਖੇਤਰੀ ਇਤਿਹਾਸਕ ਸਥਾਨਾਂ ਤੇ ਦੂਰ ਦਰਾਡੇ ਸਥਾਨਾਂ ਨੂੰ ਬਹੁਤ ਚੱਜੇ ਢੰਗ ਨਾਲ ਚਲਾ ਰਹੇ ਸਨ, ਲੇਕਿਨ ਮੁੱਖ ਸਥਾਨ ਦਾ ਮੁਖੀਆ ਜਦ ਭ੍ਰਿਸ਼ਟ ਹੋਇਆ ਤਾਂ ਪਵਿੱਤਰ ਲਹਿਰ ਵੀ ਕਮਜ਼ੋਰ ਪੈ ਗਈ। ਲਿਹਾਜ਼ਾ ਨਨਕਾਣਾ ਸਾਹਿਬ ਦੀ ਆਜ਼ਾਦੀ ਲਈ ਸਿੱਖਾਂ ਵਿੱਚ ਅਕਾਲੀ ਲਹਿਰ ਬਣੀ ਤੇ ਉਦਾਸੀ ਲਹਿਰ ਨਾਲ ਟਕਰਾਈ। ਅਕਾਲੀ ਸਿੱਖ ਲਹਿਰ ਨੂੰ ਜਿੱਤ ਪ੍ਰਾਪਤ ਹੋਈ। ਨਨਕਾਣਾ ਸਾਹਿਬ ਦੇ ਨਾਲ ਹੋਰ ਸਾਰੇ ਸਥਾਨ ਵੀ ਸਿੱਖੀ ਲਹਿਰ ਦੇ ਇੰਤਜ਼ਾਮੀ ਢਾਂਚੇ ਵਿੱਚ ਆ ਗਏ। ਭਾਵੇਂ 5% ਉਦਾਸੀ ਹੀ ਭ੍ਰਿਸ਼ਟ ਸਨ, ਪਰ ਬਾਕੀ ਸਾਰੇ ਪਵਿੱਤਰ ਹੁੰਦੇ ਹੋਏ ਵੀ ਕਮਜ਼ੋਰ ਹੋ ਗਏ, ਕਿਉਂਕਿ ਉਹਨਾਂ ਪਾਸੋਂ ਸਥਾਨ ਲੈ ਲਏ ਗਏ ਸਨ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਤੋਂ ਪ੍ਰਚਾਰ ਸੰਚਾਰ ਦੀ ਚਲੀ ਆ ਰਹੀ ਇਹ ਲਹਿਰ 425 ਸਾਲ ਬਾਅਦ ਗੁਰਮਤ ਦੇ ਦਰਿਆ ਤੋਂ ਅਡਵਾਹ ਬਣ ਗਈ ਅਤੇ ਸਹਿਜੇ ਸੁੱਕਦੀ ਗਈ। ਉਦਾਸੀਆਂ ਦੇ ਨਾਲ ਨਿਰਮਲਿਆਂ ਦੇ ਹੱਥੋਂ ਵੀ ਇੰਤਜ਼ਾਮ ਲੈ ਲਿਆ ਗਿਆ। ਕੋਈ ਟਾਵਾਂ ਸਥਾਨ ਉਦਾਸੀ ਤੇ ਨਿਰਮਲਿਆਂ ਦੇ ਹੱਥ ਵਿੱਚ ਰਿਹਾ, ਜੋ ਅੱਜ ਤੱਕ ਵੀ ਹੈ। ਇਸ ਜਿੱਤ ਨੇ ਸਿੱਖੀ ਵਿੱਚ ਉਤਸ਼ਾਹ ਪੈਦਾ ਕੀਤਾ ਅਤੇ ਇੰਤਜ਼ਾਮ ਸੰਭਾਲਣ ਵਿੱਚ ਉਹਨਾਂ ਇਸ ਉਤਸ਼ਾਹ ਨੂੰ ਖਰਚ ਕੀਤਾ। ਸ਼ਕਤੀ ਦੇ ਸਹੀ ਉਪਯੋਗ ਦੀ ਸਮਝ ਹੋਣੀ ਜ਼ਰੂਰੀ ਹੈ, ਪਰ ਗੁਰਬਾਣੀ ਦੀ ਸੂਝ-ਬੂਝ ਤੋਂ ਇਹ ਮੁਖੀਏ ਨਾ ਵਾਕਫ ਸਨ। ਗੁਰਦੁਆਰਿਆਂ ਦੀਆਂ ਇਮਾਰਤਾਂ ਤਾਂ ਸੁੰਦਰ ਬਣਨ ਲੱਗ ਪਈਆਂ, ਪਰ ਸਿੱਖੀ ਦੀ ਇਮਾਰਤ ਕਮਜ਼ੋਰ ਹੋਣ ਲੱਗ ਪਈ। ਲੰਗਰ ਪਾਣੀ ਤੇ ਰਿਹਾਇਸ਼ ਦਾ ਹਰ ਜਗ੍ਹਾ ਸੁਖਾਵਾਂ ਪ੍ਰਬੰਧ ਹੋਣ ਲੱਗ ਪਿਆ। ਸਾਰੀ ਸ਼ਕਤੀ ਹੀ ਇਸੇ ਵਿੱਚ ਖਰਚ ਹੋ ਰਹੀ ਸੀ। ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਨਿਰਮਲੇ ਉਦਾਸੀ ਟੁੱਟ ਚੁੱਕੇ ਸਨ। ਪ੍ਰਬੰਧਕੀ ਢਾਂਚੇ ਦਾ ਕੰਮ ਇਮਾਰਤਾਂ ਬਣਾਉਣ, ਰਿਹਾਇਸ਼ ਅਤੇ ਲੰਗਰ ਪਾਣੀ ਦਾ ਇੰਤਜ਼ਾਮ ਕਰਨ ਤੱਕ ਹੀ ਸੀਮਿਤ ਰਹਿ ਗਿਆ ਤੇ ਸਿੱਖੀ ਪ੍ਰਚਾਰ ਦੀ ਲਹਿਰ ਜੋ ਸਿਖਰ ਤੇ ਪਹੁੰਚੀ ਹੋਈ ਸੀ, ਰਸਾਤਲ ਵਿੱਚ ਗਰਕ ਹੋ ਗਈ। ਗੁਰਮਤ ਤੇ ਗੁਰਬਾਣੀ ਦੇ ਵਿਚਾਰ ਤੋਂ ਅਣਜਾਣ ਵਿਅਕਤੀਆਂ ਦੇ ਹੱਥ ਵਿੱਚ ਗੁਰਦੁਆਰਿਆਂ ਦਾ ਇੰਤਜ਼ਾਮ ਆ ਗਿਆ। ਜਿੱਥੇ ਹਿੰਦੂ ਆਪਣਾ ਪਹਿਲਾ ਬੱਚਾ ਕੇਸਾਧਾਰੀ ਬਣਾਉਂਦਾ ਸੀ, ਹੁਣ ਸਿੱਖਾਂ ਦੇ ਬੱਚੇ ਕੇਸ ਕਟਾਉਣ ਲੱਗ ਪਏ। ਪ੍ਰਬੰਧਕੀ ਢਾਂਚੇ ਵਿੱਚ ਵਿਆਪਕ ਪੱਧਰ ਤੇ ਰਾਜਨੀਤੀ ਆ ਗਈ। ਧਰਮ ਦੇ ਆਸਰੇ ਰਾਜਨੀਤਿਕ ਪਦ ਪ੍ਰਤਿਸ਼ਠਾ ਹਾਸਲ ਕਰਨਾ ਜੀਵਨ ਦਾ ਮਨੋਰਥ ਬਣ ਗਿਆ। ਜਿੱਥੇ ਰਾਜਨੀਤਿਕ ਸ਼ਕਤੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਗੁਰਮਤਿ ਪ੍ਰਚਾਰ ਲਈ ਖਰਚ ਕੀਤਾ ਸੀ, ਉੱਥੇ ਧਾਰਮਿਕ ਸਥਾਨਾਂ ਦੀ ਧਾਰਮਿਕ ਸ਼ਕਤੀ ਨੂੰ ਆਪਣੇ ਜ਼ਾਤੀ ਸਵਾਰਥਾਂ ਦੀ ਪੂਰਤੀ ਤੇ ਰਾਜਨੀਤਿਕ ਲਾਭ ਲਈ ਖਰਚਣਾ ਆਰੰਭ ਹੋ ਗਿਆ। ਇਸ ਤਰ੍ਹਾਂ 95% ਗੁਰਦੁਆਰੇ ਕੋਰੇ ਰਾਜਨੀਤਿਕ ਲੋਕਾਂ ਦੇ ਹੱਥ ਵਿੱਚ ਆ ਗਏ। 5% ਉਦਾਸੀਆਂ ਨੂੰ ਭ੍ਰਿਸ਼ਟ ਦੇਖ ਅਸੀਂ ਸਾਰੇ ਸਥਾਨ ਉਹਨਾਂ ਕੋਲੋਂ ਖੋਏ, ਖੁਦ ਇੰਤਜ਼ਾਮ ਆਰੰਭ ਕੀਤਾ, ਪਰ ਹੁਣ 95% ਭ੍ਰਿਸ਼ਟ ਰਾਜਨੀਤਿਕ ਗੁਰਦੁਆਰਿਆਂ ਦੇ ਰਾਹੀਂ ਆਪਣੀ ਰਾਜਨੀਤਿਕ ਪੂਰਤੀ ਲਈ ਉਦਮਸ਼ੀਲ ਹਨ। ਇਸ ਤਰੀਕੇ ਨਾਲ ਜਿਸ ਗੁਰਦੁਆਰੇ ਤੋਂ ਮਨ ਦੀ ਸ਼ਾਂਤੀ, ਆਨੰਦ ਤੇ ਪ੍ਰਭੂ ਪ੍ਰਾਪਤੀ ਦੇ ਸਾਧਨ ਜੁਟਾਏ ਜਾਣੇ ਸਨ, ਉਹ ਲੜਾਈ ਝਗੜੇ ਤੇ ਮੁਕੱਦਮੇਬਾਜ਼ੀ ਦੇ ਅਖਾੜੇ ਬਣ ਗਏ। ਅਸੈਂਬਲੀ ਹਾਲ ਤੇ ਪਾਰਲੀਮੈਂਟ ਤੱਕ ਪਹੁੰਚਣ ਲਈ
ਗੁਰਦੁਆਰਿਆਂ ਦਾ ਮੁਖੀ ਹੋਣਾ ਇੱਕ ਸੀੜੀ ਬਣ ਗਿਆ। ਅੱਜ ਆਪਾਂ ਇੱਥੋਂ ਤੱਕ ਹੀ ਸੀਮਤ ਰੱਖਦੇ ਹਾਂ। ਇਹ 20 ਤੱਕ ਪੰਨਾ 20 ਆ ਗਿਆ ਹੈ। ਅਗਲਾ 21 ਤੋਂ ਆਪਾਂ ਫਿਰ ਸ਼ੁਰੂ ਕਰਾਂਗੇ ਇਸ ਕਿਤਾਬ ਦੀ 21 ਪੇਜ ਤੋਂ, ਤੇ ਅੱਜ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਇਹਨੂੰ ਚੱਲਦਾ ਰੱਖਾਂਗੇ ਔਰ ਇਹਦੇ ਵਿੱਚੋਂ ਜੋ ਵੀ ਆਪਾਂ ਨੂੰ ਸਿੱਖਿਆ ਮਿਲ ਰਹੀ ਹੈ, ਜੋ ਵੀ ਆਪਾਂ ਸਮਝ ਰਹੇ ਹਾਂ, ਕਿਉਂਕਿ ਸਾਰੀਆਂ ਗੱਲਾਂ ਨਾਲ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ। ਸਹਿਮਤ ਜਾਂ ਅਸਹਿਮਤ ਹੋਣਾ ਇਹ ਵੱਖਰਾ ਮੁੱਦਾ ਹੈ। ਸਿਰਫ ਆਪਾਂ ਇਸ ਕਿਤਾਬ ਨੂੰ ਪੜ੍ਹ ਰਹੇ ਹਾਂ ਕਿ ਮਸਕੀਨ ਜੀ ਨੇ ਬੜਾ ਲੰਮਾ ਸਮਾਂ ਸਿੱਖ ਧਰਮ ਦੇ ਵਿੱਚ ਗੁਰਬਾਣੀ ਦਾ, ਇਤਿਹਾਸ ਦਾ, ਕੌਮ ਦਾ ਪ੍ਰਚਾਰ ਕੀਤਾ। ਉਹ ਕੌਮ ਦੇ ਬੜੇ ਉੱਘੇ ਪ੍ਰਚਾਰਕ ਹੋਏ ਨੇ ਔਰ ਉਹਨਾਂ ਦੇ ਆਪਣੇ ਵਿਚਾਰ, ਜੋ ਉਹਨਾਂ ਨੇ ਅਨੁਭਵ ਕੀਤੇ, ਜੋ ਉਹਨਾਂ ਦੇ ਜੀਵਨ ਵਿੱਚ ਜੋ ਸਮੱਸਿਆਵਾਂ ਉਹਨਾਂ ਨੂੰ ਦੇਖਿਆ, ਫੇਸ ਕੀਤਾ, ਦਰਪੇਸ਼ ਆਈਆਂ, ਤੇ ਇਸ ਕਿਤਾਬ ਵਿੱਚ ਜੋ ਉਹਨਾਂ ਨੇ ਲਿਖਿਆ ਆਪਾਂ ਉਹ ਪੜ੍ਹ ਰਹੇ ਹਾਂ। ਇਹਦੇ ਉੱਤੇ ਕੋਈ ਟੀਕਾ ਟਿੱਪਣੀ ਜਾਂ ਸਹਿਮਤੀ ਜਾਂ ਸਹਿਮਤੀ ਪ੍ਰਗਟਾਉਣੀ ਉਹ ਸਾਡਾ ਵਿਸ਼ਾ ਨਹੀਂ। ਸਿਰਫ ਇੱਕ ਕਿਤਾਬ ਨੂੰ ਪੜ੍ਹਨਾ। ਇੱਕ ਗੱਲ ਇਹ ਹੈ ਕਿ ਇਹਨੂੰ ਸਮਝਣਾ ਵੀ ਕੀ ਮੁੱਦੇ ਉਹਨਾਂ ਨੇ ਉਠਾਏ ਨੇ, ਤੇ ਅੱਜ ਆਪਾਂ ਉਸ ਤੋਂ ਬਾਅਦ ਅੱਜ ਆਪਾਂ ਕਿੱਥੇ ਹਾਂ, ਤੇ ਅੱਜ ਦਾ ਜਿਹੜਾ ਸਾਡਾ ਪ੍ਰਬੰਧਕੀ ਢਾਂਚਾ ਹੈ ਜਾਂ ਪ੍ਰਚਾਰਕ ਸ਼੍ਰੇਣੀ ਹੈ, ਉਹ ਆਪਾਂ ਕਿੱਥੇ ਆਪਾਂ ਸਟੈਂਡ ਕਰ ਰਹੇ ਹਾਂ, ਇਹ ਦੇਖਣਾ ਨਾਲ ਨਾਲ। ਤੇ ਇਹ ਸਾਰੀ ਕਿਤਾਬ ਨੂੰ ਪੜ੍ਹਾਂਗੇ, ਫਿਰ ਆਪਾਂ ਨੂੰ ਪਤਾ ਲੱਗੇਗਾ ਵੀ ਇਹਦੇ ਵਿੱਚ ਕੀ ਕੁਝ ਉਹਨਾਂ ਨੇ ਕਿਹਾ। ਸਿਰਫ ਆਪਾਂ ਪੜ੍ਹਨਾ ਹੈ, ਪੜ੍ਹ ਕੇ ਸਮਝਣਾ ਹੈ। ਇਹਦਾ ਦੂਜਾ ਮੁੱਦਾ ਹੈ ਕਿ ਆਪਾਂ ਕਿਤਾਬਾਂ ਆਪ ਪੜ੍ਹੀਏ, ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਸਿੱਖੀਏ, ਉਹਦੇ ਨਾਲ ਨਾਲ ਸਿੱਖ ਕੇ, ਸੰਥਿਆ ਲੈ ਕੇ, ਫਿਰ ਉਸ ਤੋਂ ਬਾਅਦ ਆਪ ਪਾਠ ਕਰਕੇ, ਫਿਰ ਉਹਨੂੰ ਸਮਝ ਕੇ ਜੀਵਨ ਵਿੱਚ ਅਪਣਾਉਣਾ, ਤੇ ਆਪਣਾ ਮਕਸਦ ਆਪਣੇ ਜੀਵਨ ਨੂੰ ਸਫਲ ਬਣਾਉਣਾ। ਕੋਈ ਮੁਕਾਬਲੇਬਾਜ਼ੀ, ਕੋਈ ਖੁੰਦਕਬਾਜ਼ੀ, ਕੋਈ ਈਰਖਾਬਾਜ਼ੀ। ਗੁਰਦੁਆਰੇ ਮਹਾਰਾਜ ਨੇ ਤੇ ਕਿਹਾ ਜੇ ਸੋਝੀ ਪ੍ਰਾਪਤ ਕਰਨੀ ਹੈ ਤੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਆਪਾਂ ਗੁਰੂ ਦੁਆਰਾ, ਗੁਰੂ ਨਾਲ ਮਿਲ ਕੇ, ਗੁਰੂ ਨਾਲ ਆਪ ਸਾਂਝ ਪਾ ਕੇ, ਗੁਰੂ ਦੇ ਸਨਮੁਖ ਹੋ ਕੇ ਹੀ ਆਪਾਂ ਸੋਝੀ ਪ੍ਰਾਪਤ ਕਰ ਸਕਦੇ ਹਾਂ। ਗੁਰੂ ਸਾਹਿਬ ਕਿਰਪਾ ਕਰਨ, ਆਪਾਂ ਗੁਰੂ ਦੇ ਸਨਮੁਖ ਹੋਈਏ, ਗੁਰੂ ਨਾਲ, ਗੁਰਬਾਣੀ ਨਾਲ ਜੁੜੀਏ, ਗੁਰਬਾਣੀ ਨੂੰ ਜੁੜ ਕੇ, ਗੁਰਬਾਣੀ ਨੂੰ ਸਮਝ ਕੇ, ਪੜ੍ਹ ਕੇ, ਵਿਚਾਰ ਕੇ ਅਮਲ ਵਿੱਚ ਲਿਆਈਏ। ਇਹ ਚੱਲਦਾ ਰਹੇਗਾ। ਅਗਲੇ ਇਸੇ ਕਿਤਾਬ ਦੀ 21ਵਾਂ ਇਹਦਾ ਅੰਕ ਹੈ, ਉੱਥੋਂ ਆਪਾਂ ਸ਼ੁਰੂ ਕਰਾਂਗੇ। ਤੇ ਅਗਲੇ ਜਿਹੜੇ ਚੈਪਟਰ ਨੇ ਉਹ ਬੜੇ ਰੌਚਕ ਹੋਣਗੇ। ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਸੰਬੰਧੀ ਜੋ ਵਿਚਾਰ ਮਸਕੀਨ ਜੀ ਨੇ ਦਿੱਤੇ ਨੇ, ਆਪਾਂ ਨੂੰ ਸੁਣਨੇ ਚਾਹੀਦੇ ਨੇ, ਪੜ੍ਹਨੇ ਚਾਹੀਦੇ ਨੇ। ਤੇ ਹੋਰ ਵੀ ਕਿਤਾਬਾਂ ਆਪਾਂ ਨੂੰ ਅਲੱਗ-ਅਲੱਗ ਵਿਸ਼ਿਆਂ ਤੇ, ਪਹਿਲੀ ਇਹ ਕਿਤਾਬ ਹੈ, ਇਸ ਤੋਂ ਬਾਅਦ ਆਪਾਂ ਹੋਰ ਕਿਤਾਬਾਂ ਵੀ ਇਸ ਤਰ੍ਹਾਂ ਲੜੀਵਾਰ ਪੜ੍ਹਾਂਗੇ। ਤਾਂ ਪਹਿਲੀ ਕਿਤਾਬ ਜੋ ਮੈਂ ਆਪ ਜੀ ਦੇ ਨਾਲ ਇਹ ਸਾਂਝ ਪਾ ਰਿਹਾ, ਇਹ ਅੱਜ ਪਹਿਲਾ ਜਿਹੜਾ ਆਪਾਂ ਚੈਪਟਰ ਪੜ੍ਹੇ, 21 ਅੰਕ ਤੱਕ ਆਪਾਂ ਪੜ੍ਹਿਆ, 20 ਤੱਕ, ਤੇ 21 ਤੋਂ ਆਪਾਂ ਸ਼ੁਰੂ ਕਰਾਂਗੇ। ਅੱਜ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਇਹ ਲੜੀਵਾਰ ਚੱਲਦਾ ਰਹੇਗਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸਣਾ ਜ਼ਰੂਰ ਕਿ ਤੁਹਾਨੂੰ ਕਿਵੇਂ ਲੱਗਾ ਇਹ ਉਪਰਾਲਾ। ਸੋ ਉਤਸ਼ਾਹ ਵਧਾਓਗੇ, ਦੱਸੋਗੇ, ਤਾਂ ਫਿਰ ਇਹਨੂੰ ਹੋਰ ਵੀ ਆਪਾਂ ਲੜੀਵਾਰ ਜਿਹੜਾ ਉਹ ਜਾਰੀ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।